Hello, welcome you all in my channel Concept Guru AK। Concept Guru AK ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਮੈਂ ਤੁਹਾਡੇ ਨਾਲ ਗੱਲ ਅੱਜ ਕਰਨ ਜਾ ਰਿਹਾ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਪੋਲੀਟੀਕਲ ਸਾਇੰਸ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਮਾਰਕਸਵਾਦ। ਤੇ ਇਹ ਅਜਿਹਾ ਟੌਪਿਕ ਹੈ ਜਿਹੜਾ ਹਰੇਕ ਵਿਅਕਤੀ ਜਿਹੜਾ ਸਟੂਡੈਂਟ ਪੜ੍ਹਨ ਵਾਲਾ ਹੈ ਉਹਨੂੰ ਪਸੰਦ ਕਰਦਾ ਕਿਉਂਕਿ ਜ਼ਿਆਦਾਤਰ ਸਾਡੇ ਸਟੂਡੈਂਟਸ ਜਿਹੜੇ ਨੇ ਉਹ ਕਿਉਂਕਿ ਅੱਧਾ ਕਹਿੰਦੇ ਨੇ 75% ਭਾਰਤ ਜਿਹੜਾ ਪਿੰਡਾਂ 'ਚ ਰਹਿੰਦਾ ਤੇ ਇਹ ਜਿਹੜਾ ਮਾਰਕਸਵਾਦ ਹੈ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕਰਦਾ। ਇਸ ਕਰਕੇ ਇਹਦੇ ਨਾਲ ਵਿਦਿਆਰਥੀਆਂ ਦੀ ਨੇੜਤਾ ਹੋਣਾ ਕੁਦਰਤੀ ਗੱਲ ਹੈ। ਸੋ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਤੇ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਵਿਦਿਆਰਥੀ। ਸੋ ਆਪਾਂ ਸ਼ੁਰੂ ਕਰਦੇ ਹਾਂ ਮਾਰਕਸਵਾਦ। ਮਾਰਕਸਵਾਦ ਬੇਸਿਕਲੀ ਕਾਰਲ ਮਾਰਕਸ ਦੇ ਸਿਧਾਂਤਾਂ ਤੇ ਨਿਰਭਰ ਹੈ ਤੇ ਕਾਰਲ ਮਾਰਕਸ ਜਿਹੜਾ ਹੈ ਉਹਦੇ ਜੀਵਨ ਬਾਰੇ ਥੋੜੀ ਜਿਹੀ ਆਪਾਂ ਜਾਣਕਾਰੀ ਪ੍ਰਾਪਤ ਕਰੀਏ ਤੇ ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨ ਵਿੱਚ ਹੋਇਆ ਤੇ ਉਹਨੇ ਅੰਤਮ ਸਵਾਸ ਆਪਣਾ ਲਿਆ 1883 ਚ ਇੰਗਲੈਂਡ ਚ। ਸੋ ਕਾਰਲ ਮਾਰਕਸ ਦਾ ਆਪਣਾ ਜੀਵਨ ਜਿਹੜਾ ਬੜਾ ਸੰਘਰਸ਼ ਭਰਿਆ ਰਿਹਾ ਹੈ ਤੇ ਉਹਨੇ ਐਜੂਕੇਸ਼ਨ ਪ੍ਰਾਪਤ ਕਰਨ ਲੱਗਾ, ਫਿਰ ਛੱਡਤੀ, ਫਿਰ ਕਰ ਲਈ, ਅਲਟੀਮੇਟਲੀ ਉਹਨੇ PhD ਪ੍ਰਾਪਤ ਕੀਤੀ। ਫਿਲਾਸਫੀ ਦੇ ਵਿੱਚ ਉਹਦਾ ਬਹੁਤ ਇੰਟਰਸਟ ਸੀ ਤੇ ਹੋਰ ਲਾ ਤੇ ਹੋਰ ਵਿਸ਼ਿਆਂ ਬਾਰੇ ਵੀ ਉਹਨੇ ਬਹੁਤ ਜ਼ਿਆਦਾ ਵੱਖ-ਵੱਖ ਯੂਨੀਵਰਸਿਟੀਜ਼ ਤੇ ਕਾਲਜਸ ਤੋਂ ਇਹਨੇ ਸਿੱਖਿਆ ਪ੍ਰਾਪਤ ਕੀਤੀ। ਉਹਨੇ ਯੰਗ ਕਮਿਊਨਿਸਟ ਦੀ ਇੱਕ ਲੀਗ ਸਥਾਪਿਤ ਕੀਤੀ, ਇੱਕ ਬਹੁਤ ਵਧੀਆ ਅਖਬਾਰ ਦਾ ਉਹਨੇ ਸੰਪਾਦਨ ਕੀਤਾ। ਸੋ ਆਪਣੇ ਉਹਦਾ ਆਪਣਾ ਜੀਵਨ ਬੜਾ ਸੰਘਰਸ਼ ਭਰਿਆ ਰਿਹਾ। ਉਹਦਾ ਇੱਕ ਦੋਸਤ ਫਰੈਡਰਿਕ ਐਂਜਲਸ ਜਿਹਨੂੰ ਐਂਗਲਸ ਵੀ ਕਹਿੰਦੇ ਆ, ਫਰੈਡਰਿਕ ਐਂਗਲਸ ਜਾਂ ਐਂਜਲਸ ਤੁਸੀਂ ਕਹਿ ਸਕਦੇ ਹੋ, ਉਹਨੇ ਉਹਦਾ ਬੜਾ ਸਾਥ ਦਿੱਤਾ। ਉਹ ਕਾਫੀ ਸਮਾਂ ਇੰਗਲੈਂਡ 'ਚ ਰਿਹਾ, ਫਰਾਂਸ 'ਚ ਰਿਹਾ, ਜਰਮਨੀ 'ਚ ਰਿਹਾ, ਫਿਰ ਫਰਾਂਸ 'ਚ ਰਿਹਾ, ਬਰਸਲਸ ਗਿਆ। ਸੋ ਕਈ ਦੇਸ਼ਾਂ ਨੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਕਿਉਂਕਿ ਉਹਦੇ ਵਿਚਾਰ ਜਿਹੜੇ ਸੀ ਕਾਰਲ ਮਾਰਕਸ ਦੇ ਤੇ ਉਹਦੇ ਵਿਚਾਰ ਕ੍ਰਾਂਤੀਕਾਰੀ ਸੀ। ਜਿੱਥੇ ਵੀ ਉਹ ਜਾਂਦਾ ਸੀ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਦੀ ਵਿਚਾਰਧਾਰਾ ਨੂੰ ਆਪਣੇ ਲਈ ਖਤਰਨਾਕ ਮੰਨਦੇ ਉਹਨੂੰ ਦੇਸ਼ ਨਿਕਾਲਾ ਦੇ ਦਿੰਦੀਆਂ ਸੀ। ਸੋ ਕ੍ਰਾਂਤੀਕਾਰੀ ਵਿਚਾਰਧਾਰਾ ਦੇਣ ਵਾਲਾ ਵਿਅਕਤੀ ਜਿਹੜਾ ਖੁਦ ਵੀ ਬਹੁਤ ਜ਼ਿਆਦਾ ਕ੍ਰਾਂਤੀਕਾਰੀ ਸੀ ਤੇ ਅਜਿਹਾ ਜੋਸ਼ ਜਿਹੜਾ ਉਹਨੇ ਆਪਣੀਆਂ ਪੁਸਤਕਾਂ ਵਿੱਚ ਭਰਿਆ ਉਹ ਜੋਸ਼ ਜਿਹੜਾ ਉਹਦੇ ਆਪਣੇ ਵਿੱਚ ਵੀ ਬਹੁਤ ਮੌਜੂਦ ਸੀ। ਸੋ ਪਿਆਰੇ ਵਿਦਿਆਰਥੀਓ, ਕਾਰਲ ਮਾਰਕਸ ਦੀਆਂ ਕੁਝ ਪੁਸਤਕਾਂ ਬਹੁਤ ਮਸ਼ਹੂਰ ਨੇ। ਵੈਸੇ ਤਾਂ ਉਹਨੇ ਕਾਫੀ ਕਿਤਾਬਾਂ ਲਿਖੀਆਂ ਪਰ 2-3 ਪੁਸਤਕਾਂ ਜਿਹੜੀਆਂ ਉਹਨਾਂ ਦੇ ਤੁਹਾਨੂੰ ਨਾਂ ਯਾਦ ਰਹਿਣੇ ਚਾਹੀਦੇ ਨੇ ਜਿਨ੍ਹਾਂ ਨੇ ਬੇਸਿਕਲੀ ਮਾਰਕਸਵਾਦ ਨੂੰ ਵਧਾਇਆ ਤੇ ਫੁਲਾਇਆ ਵਾ, ਜਿਹਦੇ ਕਰਕੇ ਮਾਰਕਸਵਾਦ ਜਿਹੜਾ ਫੈਲ ਸਕਿਆ ਵਾ। ਸੋ ਕਾਰਲ ਮਾਰਕਸ ਨੇ ਆਪਣੇ ਦੋਸਤ ਨਾਲ ਮਿਲ ਕੇ ਕਾਫੀ ਕਿਤਾਬਾਂ ਲਿਖੀਆਂ ਤੇ ਪਬਲਿਸ਼ਿੰਗ ਵੀ, ਕਿਉਂਕਿ ਫਰੈਡਰਿਕ ਐਂਜਲਸ ਘਰੋਂ ਚੰਗਾ ਸੀਗਾ, ਅਮੀਰ ਸੀਗਾ ਤੇ ਉਹਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਤੇ ਕਿਤਾਬਾਂ ਲਿਖਣ ਵਿੱਚ ਵੀ ਤੇ ਪਬਲਿਸ਼ ਕਰਨ ਵਿੱਚ ਵੀ ਉਹਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ। ਸੋ ਇਹਦੀ ਇੱਕ ਬੁੱਕ ਹੈਗੀ ਹੈ ਮੈਨੀਫੈਸਟੋ ਆਫ ਦਾ ਕਮਿਊਨਿਸਟ ਪਾਰਟੀ, ਇਹ 1848 ਚ ਛਪੀ। ਇੱਕ ਹੋਰ ਕਿਤਾਬ ਦਾਸ ਕੈਪੀਟਲ 1867 ਛਪੀ। ਦਾਸ ਕੈਪੀਟਲ ਕਾਰਲ ਮਾਰਕਸ ਦੀ ਉਹ ਕਿਤਾਬ ਹੈ ਜਿਹਨੂੰ ਬਾਈਬਲ ਕਿਹਾ ਜਾਂਦਾ। ਕਮਿਊਨਿਜ਼ਮ ਵਿੱਚ ਇਹਨੂੰ ਕਹਿੰਦੇ ਵੀ ਜਿਵੇਂ ਕ੍ਰਿਸਚੀਅਨਿਟੀ 'ਚ ਬਾਈਬਲ ਦੀ ਮੰਨਤਾ ਹੈ ਉਸੇ ਤਰ੍ਹਾਂ ਦਾਸ ਕੈਪੀਟਲ ਅਜਿਹੀ ਕਿਤਾਬ ਹੈ। ਸੋ ਇਸੇ ਤਰ੍ਹਾਂ ਵੈਲਿਊ ਪ੍ਰਾਈਸ ਐਂਡ ਪ੍ਰੋਫਿਟ ਇਹ ਵੀ 1867 ਚ ਛਪੀ। ਸੋ ਕਾਰਲ ਮਾਰਕਸ ਨੇ ਆਪਣੀਆਂ ਕਿਤਾਬਾਂ ਦੁਆਰਾ ਸਾਰੇ ਸੰਸਾਰ 'ਚ ਉਹ ਮਸ਼ਹੂਰ ਬਣਿਆ ਤੇ ਉਹਦਾ ਪ੍ਰਚਾਰ ਹੋਇਆ। ਉਹਦੇ ਆਧਾਰ ਤੇ ਅੱਧੇ ਸੰਸਾਰ ਦੇ ਕਿੰਨੇ ਹੀ ਦੇਸ਼ਾਂ ਵਿੱਚ, ਅੱਧੇ ਤੋਂ ਵੱਧ ਦੇਸ਼ਾਂ ਦੇ ਵਿੱਚ ਸਰਕਾਰਾਂ ਕਾਇਮ ਹੋ ਗਈਆਂ ਤੇ ਇੰਨਾ ਉਹ ਪਪੂਲਰ ਸੀ, ਇੰਨਾ ਉਹਨਾਂ ਦੀਆਂ ਗੱਲਾਂ 'ਚ, ਉਹਨਾਂ ਦੇ ਵਿਚਾਰਾਂ 'ਚ ਜਾਣ ਸੀ ਵੀ ਲੋਕ ਨੇ ਜਿਹੜੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਲੋਕ ਕਮਿਊਨਿਸਟ ਹੋ ਗਏ। ਜਿਹੜੇ ਆਪਾਂ ਅੱਜ ਕਮਿਊਨਿਸਟੀਆਂ ਦੀ ਗੱਲ ਕਰਦੇ ਆ ਉਹ ਸਾਰਾ ਕੁਝ ਕਾਰਲ ਮਾਰਕਸ ਦੇ ਦੋਸਤ ਫਰੈਡਰਿਕ ਐਂਜਲਸ ਦੀ ਦੇਣ ਹੈ। ਸੋ ਮਾਰਕਸਵਾਦ ਜਿਹੜਾ ਹੈ, ਮਾਰਕਸਵਾਦ ਸਭ ਤੋਂ ਪਹਿਲਾਂ ਆਪਾਂ ਇਹ ਜਾਣਿਆ ਵੀ ਮਾਰਕਸਵਾਦ ਦੇ ਜੀਵਨ ਬਾਰੇ ਜਾਣਿਆ, ਉਹਦੀਆਂ ਕਿਤਾਬਾਂ ਬਾਰੇ ਜਾਣਿਆ ਤੇ ਬੇਸਿਕਲੀ ਆਪਾਂ ਇਹ ਸਿੱਖਿਆ ਵੀ ਮਾਰਕਸਵਾਦ ਕੀ ਹੈ। ਮਾਰਕਸਵਾਦ ਹੈ ਕਾਰਲ ਮਾਰਕਸ ਤੇ ਉਹਦੇ ਸਾਥੀ ਫਰੈਡਰਿਕ ਐਂਜਲਸ ਦੀ ਵਿਚਾਰਧਾਰਾ ਜਿਹਨੇ ਸਾਰੇ ਸੰਸਾਰ ਤੇ ਰਾਜ ਕੀਤਾ। ਇਹਨਾਂ ਵਿਚਾਰਧਾਰਾ ਨੂੰ ਆਪਾਂ ਮਾਰਕਸਵਾਦ ਕਹਿੰਦੇ ਹਾਂ, ਠੀਕ ਹੈ। ਸੋ ਉਹਦੇ 'ਚ ਆਪਾਂ 2 ਕਿਤਾਬਾਂ ਲਿਖ ਸਕਦੇ ਹਾਂ ਵੀ ਉਹਨੇ ਦਾਸ ਕੈਪੀਟਲ ਤੇ ਕਮਿਊਨਿਸਟ ਮੈਨੀਫੈਸਟੋ 'ਚ ਉਹਦੀ ਸਭ ਤੋਂ ਜ਼ਿਆਦਾ ਵਿਚਾਰਧਾਰਾ ਮਿਲਦੀ ਹੈ ਜਿਹਦੇ ਅਨੁਸਾਰ ਵੱਖ-ਵੱਖ ਦੇਸ਼ਾਂ ਦੇ ਵਿੱਚ ਸਮਾਜਵਾਦੀ ਰਾਜ ਕਾਇਮ ਕਰਕੇ ਸਰਕਾਰਾਂ ਸਥਾਪਿਤ ਕੀਤੀਆਂ ਗਈਆਂ। ਸੋ ਕਾਰਲ ਮਾਰਕਸ ਦੇ ਜਿਹੜੇ ਪ੍ਰਮੁੱਖ ਸਿਧਾਂਤ ਨੇ ਜਾਂ ਮੇਨ ਵਿਚਾਰ ਨੇ
ਉਹਨਾਂ ਬਾਰੇ ਆਪਾਂ ਚਰਚਾ ਕਰੀਏ ਤੇ ਸਭ ਤੋਂ ਪਹਿਲਾ ਜਿਹੜਾ ਸਿਧਾਂਤ ਉਹਦਾ ਆਉਂਦਾ ਵਾ ਉਹ ਹੈ ਭੌਤਿਕ ਦਵੰਦਵਾਦ। ਇਹਨੂੰ ਡਾਇਲੈਕਟ੍ਰਿਕ ਮਟੀਰੀਅਲਿਜ਼ਮ ਵੀ ਕਹਿੰਦੇ ਆ। ਜਿਹੜਾ ਭੌਤਿਕ ਦਵੰਦਵਾਦ ਹੈ ਇਹ ਥੋੜਾ ਜਿਹਾ ਟੈਕਨੀਕਲ, ਇਹਨੂੰ ਸਮਝਣ ਲਈ ਸਾਨੂੰ ਆਪਾਂ ਕਿਉਂਕਿ ਕਾਰਲ ਮਾਰਕਸ ਨੇ ਹੀਗੈਲੀਅਨ ਸੁਸਾਇਟੀ ਨੂੰ ਜੁਆਇਨ ਕੀਤਾ ਸੀ ਇੱਕ ਯੂਨੀਵਰਸਿਟੀ 'ਚ। ਸੋ ਹੀਗਲ ਦਾ ਕਾਰਲ ਮਾਰਕਸ ਤੇ ਬਹੁਤ ਵੱਡਾ ਯੋਗਦਾਨ ਸੀਗਾ, ਉਹਦਾ ਪ੍ਰਭਾਵ ਸੀ। ਪਰ ਹੀਗਲ ਤੋਂ ਥੋੜਾ ਜਿਹਾ, ਹੀਗਲ ਇੱਕ ਵਿਦਵਾਨ ਸੀ, ਉਹਦੇ ਤੋਂ ਥੋੜੀ ਜਿਹੀ ਵਿਚਾਰਧਾਰਾ ਮਾਰਕਸ ਦੀ ਅਲੱਗ ਹੈ। ਹੀਗਲ ਜਿਹੜਾ ਵਿਦਵਾਨ ਸੀ ਪੋਲੀਟੀਕਲ ਸਾਇੰਸ ਦਾ, ਹੀਗਲ ਦਾ ਵਿਚਾਰ ਸੀਗਾ ਕਿ ਆਈਡੀਆ ਜ਼ਿਆਦਾ ਇੰਪੋਰਟੈਂਟ ਹੈ। ਆਈਡੀਆ ਮਤਲਬ ਵਿਚਾਰ। ਹੀਗਲ ਦਾ ਕਹਿਣਾ ਸੀ ਵੀ ਵਿਚਾਰ ਜ਼ਿਆਦਾ ਮਹੱਤਵਪੂਰਨ ਹੈ। ਇਸ ਕਰਕੇ ਜਦੋਂ ਵੀ ਕੋਈ ਇੱਕ ਵਿਚਾਰ ਪੈਦਾ ਹੁੰਦਾ ਫਿਰ ਉਹਦਾ ਵਿਰੋਧੀ ਵਿਚਾਰ ਪੈਦਾ ਹੁੰਦਾ। ਇਹ ਫਿਰ ਜਿਹੜਾ ਅਸਲੀ ਵਿਚਾਰ ਹੁੰਦਾ ਹੈ ਉਹਦੇ ਤੋਂ ਵਿਰੋਧੀ ਵਿਚਾਰ ਜਿਹੜਾ ਉਹ ਜ਼ਿਆਦਾ ਪ੍ਰਭਾਵੀ ਲੱਗਣ ਲੱਗ ਪੈਂਦਾ। ਫਿਰ ਇਹਨਾਂ ਦੋਵਾਂ ਦੇ ਵਿੱਚ ਕਸ਼ਮਕਸ਼ ਚੱਲਦੀ ਰਹਿੰਦੀ ਹੈ ਤੇ ਫਿਰ ਤੀਜਾ ਵਿਚਾਰ ਪੈਦਾ ਹੁੰਦਾ ਹੈ ਜਿਹਨੂੰ ਜਿਹੜਾ ਇਹਨਾਂ ਦੋਵਾਂ ਦੇ ਵਿੱਚੋਂ ਨਵਾਂ ਪੈਦਾ ਹੁੰਦਾ। ਸੋ ਜਿਹੜਾ ਇੱਕ ਪਹਿਲਾ ਵਿਚਾਰ ਪੈਦਾ ਹੋਇਆ ਉਹ ਹੀਗਲ ਕਹਿੰਦਾ ਉਹ ਵਾਦ ਹੈ। ਜਿਹੜਾ ਉਹਦਾ ਵਿਰੋਧੀ ਵਿਚਾਰ ਪੈਦਾ ਹੋਇਆ ਉਹ ਉਹਦਾ ਪ੍ਰਤੀਵਾਦ ਹੈ। ਤੇ ਜਿਹੜਾ ਇਹਨਾਂ ਦੋਵਾਂ ਦਾ ਸਾਂਝਾ ਵਿਚਾਰ ਪੈਦਾ ਹੋਇਆ ਉਹਨੂੰ ਸੰਵਾਦ ਕਹਿੰਦੇ ਆ। ਕਹਿੰਦੇ ਵੀ ਸਮਾਜ ਦਾ ਵਿਕਾਸ ਵੀ ਇਸੇ ਆਈਡੀਆ ਨਾਲ ਹੋਇਆ ਅਕਾਰਡਿੰਗ ਟੂ ਹੀਗਲ। ਹੀਗਲ ਕਹਿੰਦਾ ਜਿਹੜਾ ਸਭ ਤੋਂ ਪਹਿਲੇ ਹੁੰਦਾ ਵਾਦ, ਫਿਰ ਪ੍ਰਤੀਵਾਦ। ਇਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਥੀਸਿਸ, ਐਂਟੀਥੀਸਿਸ। ਇਹਨਾਂ ਦੋਵਾਂ ਚੋਂ ਜਿਹੜਾ ਨਵਾਂ ਵਿਚਾਰ ਪੈਦਾ ਹੁੰਦਾ ਉਹਨੂੰ ਕਹਿੰਦੇ ਆ ਸੰਵਾਦ। ਉਹਨੂੰ ਕਹਿੰਦੇ ਆ ਸੰਵਾਦ। ਠੀਕ ਹੈ। ਸੋ ਸੰਵਾਦ ਇਹਨਾਂ ਦੋਵਾਂ ਵਿਚਾਰਾਂ ਤੋਂ ਪੈਦਾ ਹੋ ਕੇ ਨਵਾਂ ਵਿਚਾਰ ਸੰਵਾਦ ਕਹਿੰਦਾ। ਤੇ ਹੀਗਲ ਹੈ ਜਿਹੜਾ ਉਹਦੇ ਅਨੁਸਾਰ ਸਮਾਜ ਦਾ ਵਿਕਾਸ ਕਰਮ ਇਸ ਕਸ਼ਮਕਸ਼ ਤੇ ਇਸ ਸਟਰਗਲ 'ਚ ਹੋਇਆ। ਕਾਰਲ ਮਾਰਕਸ ਨੂੰ ਆਈਡੀਆ ਤੇ ਚੰਗਾ ਲੱਗਾ ਪਰ ਉਹ ਇਸ ਆਈਡੀਆ ਨਾਲ ਸਹਿਮਤ ਨਹੀਂ ਸੀ। ਉਹ ਕਹਿੰਦਾ ਵਿਚਾਰ ਤੁਹਾਡਾ ਠੀਕ ਹੈ ਪਰ ਇੱਕ ਆਈਡੀਆ ਨਹੀਂ, ਵਿਚਾਰ ਨਹੀਂ। ਇਸ ਆਈਡੀਆ ਦੀ ਥਾਂ ਕਾਰਲ ਮਾਰਕਸ ਕਹਿੰਦਾ ਮੈਟਰ। ਮੈਟਰ ਦਾ ਅਰਥ ਹੈ ਪਦਾਰਥ। ਕਾਰਲ ਮਾਰਕਸ ਕਹਿੰਦਾ ਬਾਕੀ ਗੱਲਾਂ ਨਾਲ ਮੈਂ ਸਹਿਮਤ ਹਾਂ ਪਰ ਸਮਾਜ ਦੇ ਵਿਕਾਸ ਲਈ ਪਦਾਰਥ ਜ਼ਿਆਦਾ ਮਹੱਤਵਪੂਰਨ ਹੈ। ਕਹਿੰਦਾ ਜਿਹਦੇ ਕੋਲ ਉਤਪਾਦਨ ਦੇ ਸਾਧਨ ਨੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ। ਇਸ ਕਰਕੇ ਜਿਹੋ ਜੀਆਂ ਹਾਲਾਤਾਂ 'ਚ ਮਨੁੱਖ ਰਹਿੰਦਾ ਹੈ ਤੇ ਉਹਦਾ ਵਿਕਾਸ ਹੁੰਦਾ ਵਾ, ਉਹੋ ਜਿਹਾ ਉਹਦੇ ਵਿਚਾਰ ਬਣ ਜਾਂਦੇ ਨੇ। ਮਨੁੱਖ ਨੂੰ ਬਣਾਉਣ ਵਾਲਾ ਵਿਚਾਰ ਨਹੀਂ ਹੈ, ਉਹਦੀਆਂ ਸਮਾਜਿਕ ਤੇ ਆਰਥਿਕ ਹਾਲਾਤਾਂ ਨੇ ਜਾਂ ਉਤਪਾਦਨ ਦੇ ਸਾਧਨ ਨੇ ਜਿਨ੍ਹਾਂ ਕਰਕੇ ਉਹਦੀ ਜੀਵਨ ਦੇ ਵਿੱਚ ਵਾਦ, ਪ੍ਰਤੀਵਾਦ ਤੇ ਸੰਵਾਦ ਪੈਦਾ ਹੁੰਦਾ। ਇਸ ਕਰਕੇ ਉਹ ਕਹਿੰਦਾ ਜਦੋਂ ਸਟਰਗਲ ਚੱਲਦਾ ਨਾ ਹੈਵ ਤੇ ਹੈਵ ਨੋਟਸ 'ਚ, ਸੰਪਤੀਵਾਨ ਤੇ ਸੰਪਤੀਹੀਣ ਲੋਕਾਂ 'ਚ, ਤੇ ਫੇਰ ਨਵਾਂ ਵਿਚਾਰ ਪੈਦਾ ਹੁੰਦਾ। ਸੋ ਥੀਸਿਸ, ਐਂਟੀਥੀਸਿਸ ਤੇ ਸਿੰਥੀਸਿਸ, ਜਿਹੜਾ ਸੰਵਾਦ ਹੈ ਇਹਨੂੰ ਸਿੰਥੀਸਿਸ ਕਹਿੰਦੇ ਆ। ਸੋ ਹੀਗਲ ਕਹਿੰਦਾ ਵੀ ਵਿਚਾਰ ਜਿਹੜਾ ਜ਼ਿਆਦਾ ਮਹੱਤਵਪੂਰਨ ਹੈ ਪਰ ਮਾਰਕਸ ਕਹਿੰਦਾ ਵਿਚਾਰ ਨਹੀਂ ਹੈ, ਪਦਾਰਥ, ਮੈਟਰ ਜ਼ਿਆਦਾ ਮਹੱਤਵਪੂਰਨ ਹੈ। ਇਸੇ ਕਰਕੇ ਭੌਤਿਕ ਦਵੰਦਵਾਦ, ਮਟੀਰੀਅਲਿਜ਼ਮ, ਡਾਇਲੈਕਟ੍ਰਿਕ ਮਟੀਰੀਅਲਿਜ਼ਮ ਇਹਨੂੰ ਕਿਹਾ ਗਿਆ ਵੀ ਮਟੀਰੀਅਲ ਇਜ਼ ਮੋਰ ਇੰਪੋਰਟੈਂਟ। ਮਟੀਰੀਅਲ ਹੈ, ਮਟੀਰੀਅਲ ਮਤਲਬ ਚੀਜ਼, ਉਹ ਚੀਜ਼ਾਂ ਜਿਹੜੀਆਂ ਮਨੁੱਖ ਦੇ ਵਿਕਾਸ ਲਈ ਜ਼ਰੂਰੀ ਨੇ, ਉਤਪਾਦਨ ਦੇ ਸਾਧਨ ਨੇ, ਜ਼ਮੀਨ ਹੈ, ਜਾਇਦਾਦ ਹੈ, ਇਹ ਚੀਜ਼ਾਂ ਜਿਹੜੀਆਂ ਨੇ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਨੇ। ਸੋ ਉਹਦਾ ਮਨੁੱਖ ਦਾ ਸਮਾਜ ਦੇ ਵਿਕਾਸ ਦੀ ਗੱਲ ਕਰ ਰਿਹਾ ਇੱਥੇ। ਦਵੰਦਵਾਦ ਦੇ ਸੰਬੰਧ 'ਚ ਮਾਰਕਸ ਦੀ ਇੱਕ ਡੈਫੀਨੇਸ਼ਨ ਜਿਹੜੀ ਕੋਟੇਸ਼ਨ ਬਹੁਤ ਇੰਪੋਰਟੈਂਟ ਹੈ, ਉਹ ਸਾਰਾ ਕੁਝ ਬਿਆਨ ਕਰਦੀ ਹੈ। ਇਟ ਇਜ਼ ਨਾਟ ਦਾ ਕੌਨਸ਼ੀਅਸਨੈਸ ਆਫ ਮੈਨ that determines their existence, but on the contrary it is their social existence that determines their consciousness। ਪਿਆਰੇ ਵਿਦਿਆਰਥੀ, ਇਹਦਾ ਅਰਥ ਇਹ ਹੈ it is not the consciousness, ਮਨੁੱਖ ਦੀ ਚੇਤਨਾ of men that determines their coexistence। ਮਨੁੱਖ ਦੀ ਚੇਤਨਾ ਉਸ ਦੀ ਹੋਂਦ ਨੂੰ ਨਿਰਧਾਰਨ ਨਹੀਂ ਕਰਦੀ, ਸਗੋਂ on the contrary ਇਹਦੇ ਉਲਟ ਇਟ ਇਜ਼ देयर ਸੋਸ਼ਲ ਐਗਜ਼ਿਸਟੈਂਸ, ਉਹਦੀ ਸਮਾਜਿਕ ਹੋਂਦ, ਉਹਦੀ ਕੌਨਸ਼ੀਅਸਨੈਸ, ਉਹਦਾ ਜਿਹੜਾ ਮਾਈਂਡ ਉਹਨੂੰ ਡਿਵੈਲਪ ਕਰਦਾ ਹੈ, ਉਹਦਾ ਸਮਾਜਿਕ ਹੋਂਦ। ਸੋ ਇਸ ਕਰਕੇ ਮਾਰਕਸ ਦੀ ਇਹ ਵਿਚਾਰਧਾਰਾ ਬਿਲਕੁਲ ਉਹਦੇ ਵਿਚਾਰਾਂ ਤੇ ਫਿੱਟ ਬੈਠਦੀ ਹੈ
ਵੀ ਪਦਾਰਥ ਜਿਹੜਾ ਵਾ ਉਹ ਵਿਅਕਤੀ ਦੇ ਸਮਾਜਿਕ ਵਿਕਾਸ ਲਈ ਜ਼ਿਆਦਾ ਜ਼ਰੂਰੀ ਹੈ। ਪਦਾਰਥ ਮਤਲਬ ਫਿਜ਼ੀਕਲ ਹਾਲਤਾਂ, ਮਟੀਰੀਅਲ ਹਾਲਾਤ ਜਿਨ੍ਹਾਂ ਵਿੱਚ ਉਹ ਰਹਿ ਰਿਹਾ ਵਾ, ਉਹ ਜ਼ਿਆਦਾ ਫੈਸਲਾ ਕਰਦੇ ਨੇ ਉਹਦੀ ਸੋਚ ਦਾ। ਹੀਗਲ ਤੇ ਕਹਿੰਦਾ ਸੋਚ ਡਿਸਾਈਡ ਕਰਦੀ ਹੈ, ਮਾਰਕਸ ਕਹਿੰਦਾ ਸੋਚ ਨਹੀਂ, ਉਹਦੇ ਹਾਲਾਤ ਡਿਸਾਈਡ ਕਰਦੇ ਨੇ ਉਹਦੀ ਹੋਂਦ ਨੂੰ। ਸੋ ਕਾਰਲ ਮਾਰਕਸ ਦਾ ਜਿਹੜਾ ਦੂਜਾ ਸਿਧਾਂਤ ਹੈ ਉਹ ਹੈ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ। ਕਹਿੰਦਾ ਜਿਹੜਾ ਇਤਿਹਾਸ ਹੈ ਉਹਦੀ ਵਿਆਖਿਆ ਹੀ ਭੌਤਿਕਵਾਦੀ ਹੈ। ਭਾਵ ਇਹ ਹੈ ਕਿ ਇਤਿਹਾਸ ਦੇ ਵਿਕਾਸ ਵਿੱਚ ਕਿਸੇ ਅਧਿਆਤਮਕ ਸ਼ਕਤੀ ਦਾ ਕੋਈ ਰੋਲ ਨਹੀਂ ਹੈ, ਸਗੋਂ ਇਹ ਰੋਲ ਹੈ ਭੌਤਿਕ ਅਵਸਥਾਵਾਂ ਦਾ, ਮਟੀਰੀਅਲ ਕੰਡੀਸ਼ਨ ਜਿਹਦੇ 'ਚ ਸਮਾਜ ਵਿਕਸਿਤ ਕਰ ਰਿਹਾ। ਕਹਿੰਦਾ ਉਸ ਵੇਲੇ ਦੀਆਂ ਰਾਜਨੀਤਿਕ ਜਿਹੜੀਆਂ ਸਾਰੀਆਂ ਕਿਰਿਆਵਾਂ ਨੇ, ਰਾਜਨੀਤਿਕ ਹੈ, ਆਰਥਿਕ ਹੈ, ਸਮਾਜਿਕ ਹੈ, ਇਹ ਸਾਰੀਆਂ ਆਰਥਿਕ ਕਿਰਿਆਵਾਂ ਜਿਹੜੀ ਉਤਪਾਦਨ ਦੇ ਸਾਧਨਾਂ ਤੇ ਜਿਨ੍ਹਾਂ ਦਾ ਕੰਟਰੋਲ ਹੁੰਦਾ ਉਹੀ ਇਤਿਹਾਸ ਦੀ ਵਿਆਖਿਆ ਕਰਦੇ ਨੇ। ਭਾਵ ਅੱਜ ਤੱਕ ਦਾ ਜੋ ਇਤਿਹਾਸ ਹੈ, ਕਿਹਨਾਂ ਦਾ ਇਤਿਹਾਸ ਹੈ? ਉਹਨਾਂ ਦਾ ਇਤਿਹਾਸ ਹੈ ਜਿਨ੍ਹਾਂ ਦੇ ਹੱਥਾਂ 'ਚ ਭੌਤਿਕ ਸਾਧਨ ਰਹੇ ਨੇ। ਰਾਜੇ ਮਹਾਰਾਜੇ ਜਗੀਰਦਾਰ ਜੋ ਵੀ ਸੀਗੇ, ਸਾਰਾ ਇਤਿਹਾਸ ਉਹਨਾਂ ਦੀ ਬੋਲੀ ਬੋਲਦਾ ਹੈ, ਠੀਕ ਹੈ। ਸੋ ਆਮ ਜਨਤਾ ਦੀ ਬੋਲੀ ਨਹੀਂ ਹੈ। ਸੋ ਇਤਿਹਾਸ ਦੀ ਵਿਆਖਿਆ ਮਾਰਕਸਵਾਦ ਨੇ ਭੌਤਿਕਵਾਦੀ ਕੀਤੀ ਹੈ। ਕਾਰਲ ਮਾਰਕਸ ਨੇ ਜਿਹੜਾ ਅਗਲਾ ਪੁਆਇੰਟ ਦੱਸਿਆ ਸੀਗਾ, ਉਹਦਾ ਮੁੱਖ ਸਿਧਾਂਤ ਜਿਹੜਾ ਵਾ ਉਹ ਹੈ ਉਤਪਾਦਨ ਪ੍ਰਕਿਰਿਆ ਦੀਆਂ ਅਵਸਥਾਵਾਂ। ਉਹਨੇ ਕਿਹਾ ਉਹ ਸਟੇਜਸ ਜਿਹਦੇ 'ਚ ਉਤਪਾਦਨ ਜਿਹੜੀ ਹੈ ਉਹ ਪ੍ਰਕਿਰਿਆ ਹੋਈ ਹੈ ਤੇ ਸਮਾਜ ਦਾ ਜਿਹਦੇ ਨਾਲ ਸਮਾਜ ਦਾ ਵਿਕਾਸ ਹੋਇਆ। ਸੋ ਇਹ ਜਿਹੜੀ ਉਤਪਾਦਨ ਦੀ ਪ੍ਰਕਿਰਿਆ ਦੀਆਂ ਦੇ ਪੜਾਅ ਜਾਂ ਸਟੇਜਸ ਜਾਂ ਅਵਸਥਾਵਾਂ ਦੀ ਗੱਲ ਆਪਾਂ ਕਰ ਰਹੇ ਹਾਂ। ਇਹਦੇ 'ਚ 5 ਤਰ੍ਹਾਂ ਦੇ ਪੜਾਅ ਦੀ ਗੱਲ ਕੀਤੀ ਹੈ ਕਾਰਲ ਮਾਰਕਸ ਨੇ। ਪਹਿਲਾ ਉਹਨੇ ਕਿਹਾ ਆਦਮ ਸਾਮਵਾਦੀ ਯੁੱਗ। ਉਹ ਸਮਾਜ ਦੀ ਇੱਕ ਉਹ ਵਿਵਸਥਾ ਸੀ ਜਿਹਦੇ 'ਚ ਸਮਾਜ ਦਾ ਭਾਵ ਹੈ ਜੰਗਲਾਂ 'ਚ ਮਨੁੱਖ ਰਹਿੰਦੇ ਸੀ ਤੇ ਪੇੜ ਪੌਦੇ ਆਸੇ-ਪਾਸੇ ਸੀਗੇ, ਉਹਨਾਂ ਨੇ ਫਲਾਂ ਉਹੀ ਫਲ ਖਾਂਦਾ ਸੀ। ਕੋਈ ਮਾਲਕ ਨਹੀਂ ਸੀ, ਕੋਈ ਗੁਲਾਮ ਨਹੀਂ ਸੀ, ਤੇ ਉਹਦੇ ਅਨੁਸਾਰ ਹੀ ਉਹ ਖਾ ਪੀ ਕੇ ਤੇ ਆਪਣਾ ਗੁਜ਼ਾਰਾ ਕਰਦੇ ਸੀ। ਇਹਨੂੰ ਆਦਮ ਸਾਮਵਾਦੀ ਯੁੱਗ ਕਹਿੰਦੇ ਸੀ। ਸਾਰੇ ਆਜ਼ਾਦ ਸੀ, ਕਿਸੇ ਦਾ ਕਿਸੇ ਤੇ ਕੰਟਰੋਲ ਨਹੀਂ ਸੀ, ਜਿਹਨੂੰ ਜੋ ਮਿਲਦਾ ਸੀ ਉਹ ਖਾ ਪੀ ਕੇ ਆਪਣਾ ਗੁਜ਼ਾਰਾ ਕਰਦਾ ਸੀ। ਇਹ ਆਦਮ ਮਨੁੱਖ ਦੀ ਗੱਲ ਹੈ, ਪੁਰਾਣੇ ਸਮੇਂ ਦੀ ਗੱਲ ਹੈ, ਸ਼ੁਰੂਆਤ ਦੀ ਗੱਲ ਹੈ, ਜਦੋਂ ਸਭਿਅਕ ਸਮਾਜ ਦੇ ਸ਼ੁਰੂਆਤ ਤੋਂ ਪਹਿਲਾਂ ਦੀ ਗੱਲ ਹੈ। ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਬਦਲਿਆ ਤੇ ਦੂਜਾ ਯੁੱਗ ਆ ਗਿਆ, ਦਾਸਤਾਨ ਦਾ ਯੁੱਗ। ਉਸ ਸਮੇਂ 'ਚ ਪਹਿਲੇ ਸਮੇਂ 'ਚ ਜਦੋਂ ਥੋੜੇ ਜਿਹੇ ਜਿਹੜੇ ਤਗੜੇ ਲੋਕ ਸੀ, ਉਹਨੇ ਕਮਜ਼ੋਰ ਲੋਕਾਂ ਨੂੰ ਆਪਣਾ ਗੁਲਾਮ ਬਣਾ ਲਿਆ, ਸਲੇਵ ਬਣਾ ਲਿਆ। ਤੇ ਸਮਾਜ ਜਿਹੜਾ ਉਸ ਵੇਲੇ ਦਾ ਸਮਾਜ ਸੀ ਉਹ ਦੋ ਗੁੱਟਾਂ 'ਚ ਵੰਡਿਆ ਗਿਆ। ਇੱਕ ਬਣ ਗਏ ਮਾਸਟਰਸ, ਇੱਕ ਉਹ ਬਣ ਗਏ ਜਿਹੜੇ ਸਲੇਵ ਦੇ ਮਾਲਕ ਸੀ, ਤੇ ਇੱਕ ਬਣ ਗਿਆ ਸਲੇਵ। ਇੱਕ ਭਾਵ ਇੱਕ ਗੁਲਾਮ ਤੇ ਇੱਕ ਉਹਦਾ ਮਾਲਕ। ਸੋ ਇੱਥੇ ਆ ਕੇ ਦਾਸਤਾਨ ਦਾ ਯੁੱਗ ਦੇ ਵਿੱਚ ਆ ਕੇ ਸਲੇਵਰੀ ਜਿਹੜੀ ਬਹੁਤ ਸਾਲਾਂ ਤੱਕ ਦੇਸ਼ਾਂ 'ਚ ਰਹੀ ਆ, USA ਵਰਗੇ ਦੇਸ਼ਾਂ ਵਿੱਚ ਵੀ ਦਾਸਤਾਨ ਦਾ ਯੁੱਗ ਰਿਹਾ ਵਾ। ਭਾਵ ਵਿਅਕਤੀਆਂ ਨੂੰ ਖਰੀਦਣਾ ਤੇ ਵੇਚਣਾ ਜਿਹੜਾ ਉਹ ਧੰਦਾ ਬਣਿਆ ਰਿਹਾ ਵਾ। ਸੋ ਇਹ ਦਾਸਤਾਨ ਦਾ ਯੁੱਗ ਸੀਗਾ ਜਿਹਦੇ ਵਿੱਚ ਮਨੁੱਖਾਂ ਨੂੰ ਖਰੀਦਿਆ ਜਾਂਦਾ ਸੀ ਤੇ ਮਨੁੱਖ ਜਿਹੜੇ ਨੇ ਗੁਲਾਮ ਬਣ ਕੇ ਕੰਮ ਕਰਦੇ ਰਹੇ ਨੇ। ਉਸ ਤੋਂ ਬਾਅਦ ਸਮਾਜ ਦਾ ਵਿਕਾਸ ਹੁੰਦਾ ਗਿਆ ਤੇ ਇੱਕ ਅਗਲੀ ਸਟੇਜ ਪੈਦਾ ਹੋ ਗਈ। ਇਹ ਧਿਆਨ ਰੱਖਿਓ, ਇਹ ਦਵੰਦਵਾਦ ਵਾਂਗ ਸਟੇਜਸ ਜਿਹੜੀਆਂ ਨੇ ਅਗਲੀਆਂ ਸੰਘਰਸ਼ ਨਾਲ ਅਗਲੀਆਂ ਸਟੇਜਸ ਆ ਰਹੀਆਂ ਨੇ। ਅਗਲੀ ਸਟੇਜ ਜਿਹੜੀ ਸਮਾਜ ਦੀ ਆ ਗਈ ਉਹ ਆ ਗਈ ਸਮੰਤਵਾਦੀ ਅਵਸਥਾ। ਇਹਦੇ ਵਿੱਚ ਕੀ ਹੋਇਆ? ਇਹਦੇ ਵਿੱਚ ਵੱਡੇ ਵੱਡੇ ਜਗੀਰਦਾਰ ਬਣ ਗਏ, ਉਹੀ ਜਿਹੜੇ ਮਾਲਕ ਸੀਗੇ ਤੇ ਗੁਲਾਮ ਸੀ ਉਹ ਜ਼ਮੀਨਾਂ ਦੇ ਮਾਲਕ ਬਣ ਗਏ ਤੇ ਵੱਡੇ ਵੱਡੇ ਜਗੀਰਦਾਰ ਬਣ ਗਏ। ਤੇ ਜਿਹੜੇ ਸਲੇਵ ਸੀ ਉਹਨਾਂ ਨੇ ਉਹਨੂੰ ਕਹਿਤਾ ਵੀ ਤੁਹਾਡੀ ਵੀ ਵਿਵਸਥਾ 'ਚ ਆਪਾਂ ਸੁਧਾਰ ਕਰ ਦਿੰਨੇ ਆ ਤੇ ਹੁਣ ਕੰਮ ਤੁਸੀਂ ਕਰੋਗੇ ਤੇ ਉਹਦਾ ਇੱਕ ਹਿੱਸਾ ਸਾਨੂੰ ਦਿਓਗੇ। ਵੱਡੇ ਹਿੱਸੇ ਦੇ ਵੱਡਾ ਜਿਹੜਾ ਉਤਪਾਦਨ ਦਾ ਵੱਡਾ ਸਾਧਨ ਸੀ, ਵੱਡਾ ਹਿੱਸਾ ਸੀਗਾ, ਉਹ ਕੌਣ ਲੈਂਦੇ ਸੀ? ਸਮੰਤ ਲੈਂਦੇ ਸੀ। ਸਮੰਤ ਮਤਲਬ ਬਹੁਤ ਵੱਡੇ ਜਗੀਰਦਾਰ। ਇੱਕ ਪਾਸੇ ਬਹੁਤ ਬੜੇ ਵੱਡੇ ਜਗੀਰਦਾਰ ਬਣ ਗਏ ਤੇ ਇੱਕ ਪਾਸੇ ਮੁਜਾਰੇ, ਜਿਹਨੂੰ ਆਪਾਂ ਆਮ ਭਾਸ਼ਾ 'ਚ ਮੁਜਾਰੇ ਕਹਿੰਦੇ ਆ, ਸਰਵਸ ਕਹਿੰਦੇ ਆ, ਇਹ ਮੁਜਾਰੇ ਬਣ ਗਏ। ਕੰਮ ਉਹ ਕਰਦੇ ਰਹੇ ਤੇ ਜਿਹੜੀ ਉਪਜ ਸੀ ਉਹ ਸਾਰੀ ਉਹ ਲੈ ਜਾਂਦੇ ਰਹੇ। ਕੁਝ ਹਿੱਸਾ ਉਹਨੂੰ ਦਿੰਦੇ ਤੇ ਉਹਨੂੰ ਇਹ ਕਹਿੰਦੇ ਰਹੇ ਵੀ ਤੈਨੂੰ ਅਸੀਂ ਆਜ਼ਾਦ ਕਰਤਾ, ਦੇਖੋ ਹੁਣ ਤੁਸੀਂ ਸਾਡੇ ਗੁਲਾਮ ਨਹੀਂ ਹੋ, ਤੁਸੀਂ ਕੰਮ ਕਰਦੇ ਹੋ, ਵੱਡਾ ਹਿੱਸਾ ਅਸੀਂ ਲੈ ਜਾ ਰਹੇ ਹਾਂ, ਕੁਝ ਹਿੱਸਾ ਤੈਨੂੰ ਵੀ ਦੇ ਰਹੇ ਹਾਂ ਤਾਂ ਕਿ ਤੇ ਨਾਲ ਤੈਨੂੰ ਛੋਟ ਦੇ ਰਹੇ ਹਾਂ ਵੀ ਤੈਨੂੰ ਆਪਾਂ ਆਜ਼ਾਦ ਕਰਤਾ। ਸਮਾਂਤਵਾਦੀ ਅਵਸਥਾ ਤੋਂ ਬਾਅਦ ਮਾਰਕਸ ਅਨੁਸਾਰ ਅਗਲੀ ਅਵਸਥਾ ਜਿਹੜੀ ਹੈ ਪੂੰਜੀਵਾਦੀ ਆ ਗਈ, ਕਿਉਂਕਿ ਜ਼ਮੀਨਾਂ ਨਾਲ ਬਹੁਤਾ ਸਮਾਂ ਨਹੀਂ ਨਿਕਲਿਆ। ਫਿਰ ਮਸ਼ੀਨੀ ਯੁੱਗ ਆ ਗਿਆ, ਜਦੋਂ ਮਸ਼ੀਨਾਂ ਆ ਗਈਆਂ, ਕਾਰਖਾਨੇ ਲੱਗ ਗਏ, ਫੈਕਟਰੀਆਂ ਲੱਗ ਗਈਆਂ।
ਉਹੀ ਜ਼ਗੀਰਦਾਰ ਸੀ ਜਿਹੜੇ ਉਹ ਬਣ ਗਏ ਬਹੁਤ ਵੱਡੇ ਫਿਊਡਲ ਲਾਰਡ ਸੀਗੇ, ਉਹੀ ਬਣ ਗਏ ਬਾਅਦ ਵਿੱਚ ਪੂੰਜੀਪਤੀ ਜਾ ਕੇ। ਉਹਨੂੰ ਕਾਰਲ ਮਾਰਕਸ ਕਹਿੰਦਾ ਇਹ ਕੈਪੀਟਲਿਸਟ ਨੇ, ਕੈਪੀਟਲਿਸਟ, ਇਹਨੂੰ ਉਹ ਕੈਪੀਟਲਿਸਟ ਪੂੰਜੀਵਾਦੀ ਕਹਿੰਦਾ ਵਾ, ਜਾਂ ਬੋਰਜੂਆ, ਆਪਣੀ ਭਾਸ਼ਾ 'ਚ ਬੋਰਜੂਆ ਕਹਿੰਦਾ ਉਹ, ਵੀ ਇਹ ਬੋਰਜੂਆ ਨੇ, ਇਹ ਪੂੰਜੀਪਤੀ ਲੋਕ ਨੇ। ਇਹਨਾਂ ਨੇ ਫਿਰ ਕੀ ਕੀਤਾ, ਮੁਜ਼ਾਹਰਿਆਂ ਨੂੰ ਕਹਤਾ ਅਸੀਂ ਤੁਹਾਨੂੰ ਹੋਰ ਆਜ਼ਾਦ ਕਰ ਦਿੰਦੇ, ਤੁਸੀਂ ਫੈਕਟਰੀਆਂ 'ਚ ਕੰਮ ਕਰੋ ਤੇ ਆਪਣਾ ਜੀਵਨ ਦਾ ਗੁਜ਼ਾਰਾ ਕਰੋ। ਇਹ ਕੈਪੀਟਲਿਸਟ ਬਣ ਗਏ ਤੇ ਦੂਜੇ ਬਣ ਗਏ ਲੇਬਰ, ਮਜ਼ਦੂਰ, ਪ੍ਰੋਲੀਟੇਰੀਅਟ ਜਿਹਨੂੰ ਕਿਹਾ ਜਾਂਦਾ ਵਾ। ਸੋ ਦੋ ਵਰਗ ਵੰਡੇ ਗਏ, ਪੂੰਜੀਪਤੀ ਤੇ ਮਜ਼ਦੂਰ ਵਰਗ। ਮਜ਼ਦੂਰ ਦੇ ਵਿੱਚ ਕਿਸਾਨ, ਜਿਹੜੇ ਕਿਸਾਨ ਨੇ ਉਹ ਵੀ ਸ਼ਾਮਲ ਹੈ। ਮਾਰਕਸ ਕਹਿੰਦਾ ਵੀ ਮਜ਼ਦੂਰ, ਜਦੋਂ ਮੈਂ ਮਜ਼ਦੂਰ ਦੀ ਗੱਲ ਕਰਦਾ ਤੇ ਮੈਂ ਕਿਸਾਨ ਵੀ ਗੱਲ ਕਰ ਰਿਹਾ ਵਾਂ, ਕਿਉਂਕਿ ਉਹ ਵੀ ਦਿਨ ਰਾਤ ਖੇਤਾਂ 'ਚ ਕੰਮ ਕਰ ਰਿਹਾ ਤੇ ਉਹ ਵੀ ਮਜ਼ਦੂਰੀ ਆ। ਸੋ ਇਸ ਕਰਕੇ ਪੂੰਜੀਵਾਦੀ ਯੁੱਗ ਦੇ ਵਿੱਚ ਦੋ ਤਰ੍ਹਾਂ ਦੇ ਵਰਗ ਬਣ ਗਏ, ਇੱਕ ਪੂੰਜੀਪਤੀ ਤੇ ਇੱਕ ਮਜ਼ਦੂਰ ਵਰਗ। ਪੂੰਜੀਪਤੀ ਫੈਕਟਰੀ ਦਾ ਮਾਲਕ ਹੈ, ਕਾਰਖਾਨੇਦਾਰ ਹੈ ਤੇ ਉਹਨਾਂ ਦੀ ਗਿਣਤੀ ਬੜੀ ਥੋੜੀ ਹੈ, ਪਰ ਮਜ਼ਦੂਰ ਦੇ ਵਿੱਚ ਮਜ਼ਦੂਰ ਬਹੁਤ ਜ਼ਿਆਦਾ ਨੇ ਤੇ ਉਹਨਾਂ ਨੂੰ ਮਿਲਦਾ ਕਿੰਨਾ ਵਾ, ਉਹਨਾਂ ਨੂੰ ਉਹਨਾਂ ਮਿਲਦਾ ਕਿ ਜਿਹੜੇ ਨਾਲ ਉਹ ਪੇਟ ਭਰ ਕੇ ਖਾਣਾ ਖਾ ਸਕਣ, ਬਸ, ਉਸ ਤੋਂ ਵੱਧ ਨਹੀਂ। ਸੋ ਇਸ ਕਰਕੇ ਇਹ ਜਿਹੜਾ ਇਹ ਵੀ ਸਮਾਂ ਚੱਲਦਾ ਰਿਹਾ। ਮਾਰਕਸ ਕਹਿੰਦਾ ਇਸ ਤੋਂ ਅਗਲੀ ਸਟੇਜ ਜਿਹੜੀ ਹੈ ਉਹ ਫਿਰ ਸਾਮਵਾਦੀ ਸਟੇਜ ਆ ਜਾਣੀ ਹੈ। ਕਿਉਂ ਆ ਜਾਣੀ ਸਾਮਵਾਦੀ ਸਟੇਜ, ਥੋੜਾ ਮੈਂ ਐਕਸਪਲੇਨ ਕਰ ਦੇਣਾ। ਪੂੰਜੀਵਾਦੀ ਯੁੱਗ ਤੋਂ ਬਾਅਦ ਕਾਰਲ ਮਾਰਕਸ ਕਹਿੰਦਾ ਵੀ ਜਿਹੜੇ ਇੱਕ ਅਜਿਹਾ ਸਮਾਂ ਆਉਣਾ ਜਦੋਂ ਕ੍ਰਾਂਤੀ ਹੋ ਜਾਣੀ ਹੈ, ਰੈਵੋਲੂਸ਼ਨ ਹੋ ਜਾਣਾ। ਜਦੋਂ ਰੈਵੋਲੂਸ਼ਨ ਹੋ ਜਾਣਾ ਵਾ, ਕ੍ਰਾਂਤੀ ਆ ਜਾਣੀ ਹੈ ਤੇ ਮਜ਼ਦੂਰਾਂ ਨੂੰ ਇਹ ਸਮਝ ਲੱਗ ਜਾਣੀ ਹੈ ਵੀ ਸਾਡੀ ਸਮੱਸਿਆਵਾਂ ਦੀ ਜੜ ਪੂੰਜੀਪਤੀ ਨੇ, ਠੀਕ ਹੈ, ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਤੇ ਪ੍ਰੋਫਿਟ ਸਾਰਾ ਹੀ ਲੈ ਜਾਂਦੇ ਨੇ। ਸੋ ਇਹਨਾਂ ਨੇ ਕ੍ਰਾਂਤੀ ਕਰ ਦੇਣੀ ਹੈ ਸਮਾਜ 'ਚ ਤੇ ਕ੍ਰਾਂਤੀ ਹੋ ਜਾਣੀ ਹੈ। ਮਾਰਕਸ ਕਹਿੰਦਾ ਵੀ ਪਹਿਲੀ ਕ੍ਰਾਂਤੀ ਇੰਗਲੈਂਡ 'ਚ ਹੋ ਜਾਣੀ ਹੈ, ਪਰ ਇੰਗਲੈਂਡ 'ਚ ਨਹੀਂ ਹੋਈ, ਉਹ ਕ੍ਰਾਂਤੀ ਰੂਸ 'ਚ ਹੋਈ 1917 'ਚ। ਸੋ ਕਹਿੰਦਾ ਕ੍ਰਾਂਤੀ ਹੋ ਜਾਣੀ ਹੈ ਤੇ ਕਹਿੰਦਾ ਮੈਂ ਕਹਿੰਦਾ ਇਹ ਕ੍ਰਾਂਤੀ ਜਿਹੜੀ ਹੈ ਇਹ ਮਨੁੱਖ ਦੇ ਭਲੇ ਲਈ ਹੈ। ਇਸ ਕਰਕੇ ਕਹਿੰਦੇ ਇਸ ਕ੍ਰਾਂਤੀ ਦੇ ਵਿੱਚ ਤੁਸੀਂ ਜਿਹੜਾ ਵਾ ਇਹਨੂੰ ਖੂਨੀ ਕ੍ਰਾਂਤੀ ਦਾ ਕਰਾਰ ਦੇ ਦਿਓ, ਪਰ ਤੁਹਾਡਾ ਨਿਸ਼ਾਨਾ ਜਿਹੜਾ ਇਹ ਹੋਣਾ ਚਾਹੀਦਾ ਸਰਕਾਰ ਤੇ ਕਬਜ਼ਾ ਕਰਨਾ। ਸੋ ਜਦੋਂ ਇਹ ਕ੍ਰਾਂਤੀ ਹੋ ਜਾਏਗੀ ਤੇ ਮਜ਼ਦੂਰਾਂ ਦਾ ਰਾਜ ਕਾਇਮ ਹੋ ਜਾਏਗਾ ਤੇ ਜਿਹੜੇ ਪੂੰਜੀਪਤੀ ਨੇ ਉਹ ਮਾਰ ਦਿੱਤੇ ਜਾਣਗੇ, ਖਤਮ ਕਰਤੇ ਜਾਣਗੇ ਤੇ ਸਾਰੀ ਜਾਇਦਾਦ ਤੇ ਜਿਹੜੀ ਸਾਂਝੀ ਮਾਲਕੀ ਹੋ ਜਾਏਗੀ, ਸਾਂਝੀ ਮਾਲਕੀ, ਉਹਨੂੰ ਉਹ ਕਹਿੰਦਾ ਇਹ ਆ ਸਾਮਵਾਦੀ ਅਵਸਥਾ। ਸਾਮਵਾਦੀ ਅਵਸਥਾ ਉਹ ਵਿਵਸਥਾ ਹੈ, ਉਹ ਯੁੱਗ ਹੈ ਜਿਹਦੇ 'ਚ ਸਾਰੀਆਂ ਚੀਜ਼ਾਂ ਸਾਂਝੀਆਂ ਸੀ। ਤੁਸੀਂ ਯਾਦ ਰੱਖੋ ਜਿਹੜਾ ਪਹਿਲਾ ਸਟੇਜ ਸੀ ਉਹ ਵੀ ਸਾਮਵਾਦੀ ਅਵਸਥਾ ਸੀ, ਜੇ ਸਾਰਾ ਕੁਝ ਸਾਰੇ ਲੋਕਾਂ ਦਾ ਸਾਂਝਾ ਸੀ। ਕਹਿੰਦਾ ਜਦੋਂ ਮਜ਼ਦੂਰਾਂ ਦਾ ਰਾਜ ਹੋ ਜਾਏਗਾ ਤੇ ਫਿਰ ਸਾਰਾ ਕੁਝ ਸਾਂਝਾ ਹੋ ਜਾਏਗਾ ਤੇ ਰਾਜ ਦੀ ਲੋੜ ਵੀ ਨਹੀਂ ਪਈ। ਕਹਿੰਦਾ ਕਿਹੜੀ ਉਹ ਤਾਕਤ ਸੀ ਜਿਹੜੀ ਥੋੜੇ ਜਿਹੇ ਲੋਕਾਂ ਦੀ ਮਾਲਕੀ ਕਾਇਮ ਰੱਖਦੀ ਤੇ ਵੱਡੀ ਜਨਤਾ ਜਿਹੜੀ ਆ ਉਹ ਮਜ਼ਦੂਰਾਂ 'ਚ ਜਾਂ ਗੁਲਾਮਾਂ 'ਚ ਬਣੀ ਰਹਿੰਦੀ ਸੀ। ਕਹਿੰਦਾ ਰਾਜ ਇੱਕ ਉਹ ਸੰਸਥਾ ਸੀ ਜਿਹੜੀ ਬਹੁਤ ਮਾੜੀ ਸੰਸਥਾ ਸੀ ਤੇ ਸਟੇਟ ਉਹ ਕਹਿ ਰਿਹਾ, ਕਹਿੰਦਾ ਸਟੇਟ ਜਿਹੜੀ ਆ ਪੁਲਿਸ, ਥਾਣੇ, ਜੇਲਾਂ ਤੇ ਅਦਾਲਤਾਂ, ਕਚਹਿਰੀਆਂ, ਇਹ ਸਾਰਾ ਕੁਝ ਰਾਜ ਦੀ ਦੇਣ ਹੈ, ਸਟੇਟ ਦੀ ਦੇਣ ਹੈ ਤੇ ਰਾਜ ਜਿਹੜਾ ਉਹ ਹਮੇਸ਼ਾ ਅਮੀਰ ਵਿਅਕਤੀ ਦਾ ਤੇ ਪੂੰਜੀਪਤੀ ਦਾ ਸਾਥ ਦਿੰਦਾ। ਇਸ ਕਰਕੇ ਕਾਰਲ ਮਾਰਕਸ ਕਹਿੰਦਾ ਜਦੋਂ ਇਹ ਕ੍ਰਾਂਤੀ ਆਏਗੀ, ਸਮਾਜਿਕ ਕ੍ਰਾਂਤੀ ਆਏਗੀ ਤੇ ਉਦੋਂ ਆਪਾਂ ਇਹਨੂੰ ਖਤਮ ਕਰ ਦੇਣਾ, ਰਾਜ ਨੂੰ ਵੀ ਨਾਲ ਹੀ ਖਤਮ ਕਰ ਦੇਣਾ ਤੇ ਨਾਲ ਹੀ ਖਤਮ ਕਰ ਦੇਣਾ ਵਰਗਾਂ ਨੂੰ। ਸੋ ਵਰਗ ਰਹਿਤ ਤੇ ਰਾਜ ਰਹਿਤ ਸਮਾਜ ਪੈਦਾ ਕਰਨਾ। ਇਸੇ ਕਰਕੇ ਇਹ ਜਿਹੜਾ ਕਾਰਲ ਮਾਰਕਸ ਦੇ ਜਿਹੜੇ ਸਿਧਾਂਤ ਨੇ ਉਹਨੂੰ ਸਾਇੰਟੀਫਿਕ ਸੋਸ਼ਲਿਜ਼ਮ ਕਿਹਾ ਜਾਂਦਾ ਵਾ, ਵਿਗਿਆਨਕ ਸਮਾਜਵਾਦ। ਇਹਦੇ ਵਿਚਾਰਾਂ ਨੂੰ ਵਿਗਿਆਨਕ ਸਮਾਜਵਾਦ ਕਿਹਾ ਜਾਂਦਾ ਕਿਉਂਕਿ ਉਹ ਵਿਗਿਆਨਕ ਧਾਰਨਾਵਾਂ ਅਨੁਸਾਰ ਵਿਗਿਆਨਕ ਸਮਾਜਵਾਦ, ਵਿਗਿਆਨਕ ਧਾਰਨਾ ਅਨੁਸਾਰ ਆਪਣੇ ਆਈਡੀਆ ਨੂੰ ਵਿਕਸਿਤ ਕਰਦਾ। ਸੋ ਜਿਹੜੀ ਪੰਜਵੀਂ ਸਟੇਜ ਸੀ ਸਾਮਵਾਦੀ ਅਵਸਥਾ ਜਿਹੜੀ ਉਹ ਕਾਇਮ ਹੋ ਜਾਏਗੀ। ਨੈਕਸਟ ਪੁਆਇੰਟ ਜਿਹੜਾ ਮਾਰਕਸਵਾਦ ਗੱਲ ਕਰ ਰਿਹਾ ਹੋਇਆ ਵਰਗ ਸੰਘਰਸ਼। ਵਰਗ ਸੰਘਰਸ਼ ਨੂੰ ਕਲਾਸ ਸਟਰਗਲ ਵੀ ਕਹਿੰਦੇ ਆ। ਕਹਿੰਦਾ ਸਮਾਜ ਸ਼ੁਰੂ ਤੋਂ ਜਦੋਂ ਦਾ ਸਮਾਜ ਬਣਿਆ ਆ ਰਿਹਾ, ਥੋੜੇ ਜਿਹੇ ਸਮੇਂ ਪਹਿਲੇ ਸਾਮਵਾਦੀ ਸਮੇਂ ਨੂੰ ਕੱਢ ਕੇ ਉਸ ਤੋਂ ਬਾਅਦ ਹਮੇਸ਼ਾ ਵਰਗ ਸੰਘਰਸ਼ ਰਿਹਾ। ਵਰਗ ਸੰਘਰਸ਼ ਰਿਹਾ ਹੈਵ ਤੇ ਹੈਵ ਨੋਟਸ 'ਚ। ਹੁਣ ਹੈਵ ਕੀ ਹੈ? ਹੈਵ ਦਾ ਮਤਲਬ ਕੋਲ, ਹੈਵ ਨੋਟਸ ਕੋਲ ਨਹੀਂ। ਹੈਵਸ ਉਹ ਲੋਕ ਨੇ ਜਿਨ੍ਹਾਂ ਕੋਲ ਉਤਪਾਦਨ ਦੇ ਸਾਧਨ ਨੇ। ਦੇ ਹੈਵ ਪ੍ਰੋਡਕਸ਼ਨ ਫੋਰਸਸ, ਉਤਪਾਦਨ ਦੇ ਸਾਧਨ ਨੇ, ਇਸ ਕਰਕੇ ਦੇ ਆਰ ਕਾਲਡ ਹੈਵਸ। ਉਹਨਾਂ ਨੂੰ ਹੈਵ ਕਹਿੰਦੇ ਆ। ਮਾਰਕਸਵਾਦ ਕਹਿੰਦਾ ਵੀ ਜਿਹੜਾ ਕਾਰਲ ਮਾਰਕਸ ਕਹਿੰਦਾ ਜਿਹੜਾ ਪੂੰਜੀਪਤੀ ਨੇ ਉਹ ਹੈਵ ਨੇ, ਜਿਹੜੇ ਜ਼ਗੀਰਦਾਰ ਨੇ ਉਹ ਹੈਵ ਨੇ, ਭਾਵ ਉਹਨਾਂ ਕੋਲ ਉਤਪਾਦਨ ਦੇ ਸਾਧਨ ਨੇ। ਹੈਵ ਨਾਟਸ ਕੌਣ ਨੇ? ਜਿਨ੍ਹਾਂ ਕੋਲ ਉਤਪਾਦਨ ਦੇ ਸਾਧਨ
ਨਹੀਂ ਆ, ਭਾਵੇਂ ਉਹ ਗੁਲਾਮ ਹੋਣ, ਭਾਵੇਂ ਮੁਜਾਰੇ ਹੋਣ ਤੇ ਭਾਵੇਂ ਮਜ਼ਦੂਰ ਹੋਣ। ਸੋ ਇਸ ਕਰਕੇ ਸਮਾਜ ਜਿਹੜਾ ਵਾ ਉਹ ਦੋ ਵਰਗਾਂ 'ਚ, ਵੱਡੇ ਦੋ ਵਰਗਾਂ 'ਚ ਵੰਡਿਆ ਗਿਆ, ਹੈਵ ਤੇ ਹੈਵ ਨॉट्स। ਤੇ ਕਹਿੰਦਾ ਇਹਨਾਂ ਦੋਵਾਂ ਦੇ ਵਿੱਚ ਸੰਘਰਸ਼ ਜਿਹੜਾ ਉਹ ਚੱਲਦਾ ਰਹਿੰਦਾ ਵਾ ਤੇ ਸਾਰਾ ਜੀਵਨ ਸੰਘਰਸ਼ 'ਚ ਲੰਘ ਜਾਂਦਾ ਵਾ। ਹੈਵ ਤੇ ਹੈਵ ਨॉट्स, ਜਿਹੜੇ ਪੂੰਜੀਪਤੀ ਨੇ ਉਹ ਆਪਣੇ ਨਾਲ ਦੇ ਛੋਟੇ ਪੂੰਜੀਪਤੀਆਂ ਨੂੰ ਵੀ ਨਹੀਂ ਬਖਸ਼ਦੇ ਤੇ ਉਹਨਾਂ ਨੂੰ ਵੀ ਧਕੇਲ ਦਿੰਦੇ ਨੇ ਤੇ ਉਹਨਾਂ ਨੂੰ ਵੀ ਹੈਵ ਨॉट्स ਦੀ ਸਥਿਤੀ 'ਚ ਲੈ ਆਉਂਦੇ ਨੇ। ਸੋ ਇਸ ਕਰਕੇ ਸੰਘਰਸ਼ ਜਿਹੜਾ, ਵਰਗ ਸੰਘਰਸ਼ ਜਿਹੜਾ ਮਾਰਕਸਵਾਦ ਕਹਿੰਦਾ ਇਹ ਸਾਰੇ ਸਮਾਜਾਂ 'ਚ ਚੱਲਦਾ ਰਹਿੰਦਾ ਵਾ। ਸੋ ਪਿਆਰੇ ਵਿਦਿਆਰਥੀ, ਜਿਹੜਾ ਅਗਲਾ ਪੁਆਇੰਟ ਹੈਗਾ ਉਹ ਹੈਗਾ ਵਾ ਵਾਧੂ ਮੁੱਲ ਦਾ ਸਿਧਾਂਤ ਜਾਂ ਸਰਪਲਸ ਵੈਲਿਊ। ਕਾਰਲ ਮਾਰਕਸ ਦਾ ਇਹ ਸਿਧਾਂਤ ਬਹੁਤ ਇੰਪੋਰਟੈਂਟ ਹੈ। ਇਹ ਸਿਧਾਂਤ ਜਿਹੜਾ ਵਾ ਅਰਥ ਸ਼ਾਸਤਰ ਤੇ ਇਕਨੋਮਿਕਸ ਦੇ ਨਾਲ ਰਿਲੇਟਡ ਹੈ। ਇਸ ਕਰਕੇ ਰਿਕਾਰਡੋ ਨੇ ਵੀ ਕਾਰਲ ਮਾਰਕਸ ਦਾ ਇਸ ਸਿਧਾਂਤ ਤੇ ਸਮਰਥਨ ਕੀਤਾ ਵਾ ਕਿ ਵਾਧੂ ਮੁੱਲ ਹੈ ਜਿਹੜਾ, ਕੀ ਹੈ ਵਾਧੂ ਮੁੱਲ? ਕਾਰਲ ਮਾਰਕਸ ਕਹਿੰਦਾ ਮਜ਼ਦੂਰ ਨੂੰ ਮਿਲਦੀ ਮਜ਼ਦੂਰੀ ਤੇ ਉਹਦੇ ਦੁਆਰਾ ਪੈਦਾ ਕੀਤੀ ਗਈ ਚੀਜ਼, ਉਹਦੇ ਮੁੱਲ ਦੇ ਵਿੱਚ ਜਿਹੜਾ ਅੰਤਰ ਹੈ ਉਹਨੂੰ ਵਾਧੂ ਮੁੱਲ ਕਾਰਲ ਮਾਰਕਸ ਕਹਿੰਦਾ। ਮੰਨ ਲਓ ਇੱਕ ਸਾਈਕਲ ਦੀ ਫੈਕਟਰੀ ਹੈ, ਇੱਕ ਸਾਈਕਲ ਦੀ ਫੈਕਟਰੀ ਹੈ ਤੇ ਉਹਦੀ ਕੁੱਲ ਲਾਗਤ 1000 ਰੁਪਈਆ ਹੈ। ਮੰਨ ਲਓ ਸਾਈਕਲ ਦੀ ਕੁੱਲ ਲਾਗਤ 1000 ਰੁਪਈਆ ਹੈ, ਵੈਸੇ ਹੈ ਨਹੀਂ ਅੱਜ ਕੱਲ। ਸੋ 1000 ਰੁਪਈਆ ਜੇ ਕੁੱਲ ਲਾਗਤ ਹੈ ਤੇ ਉਹਦਾ ਵੇਚ ਮੁੱਲ ਕਿੰਨੇ ਦੀ ਵਿਕਦੀ ਆ? ਉਹਦਾ ਵੇਚ ਮੁੱਲ 3000 ਹੈ। ਕੁੱਲ ਲਾਗਤ 1000, ਜਿਹਦੇ ਚ ਮਜ਼ਦੂਰੀ ਸ਼ਾਮਲ ਹੈ, ਜ਼ਮੀਨ ਦਾ ਕਿਰਾਇਆ ਸ਼ਾਮਲ ਹੈ, ਫੈਕਟਰੀ ਦਾ ਕਿਰਾਇਆ ਸ਼ਾਮਲ ਹੈ, ਵਿਆਜ ਸ਼ਾਮਲ ਨੇ ਤੇ ਸਾਰਾ ਕੁਝ ਮਿਲਾ ਕੇ ਕੁੱਲ ਲਾਗਤ, ਕੱਚਾ ਮਾਲ, ਇਹ ਸਾਰਾ ਕੁਝ ਮਿਲਾ ਕੇ ਤੇ ਕੁੱਲ ਲਾਗਤ 1000 ਰੁਪਏ ਆਈ। ਉਸ ਫੈਕਟਰੀ ਦੇ ਮਾਲਕ ਨੇ ਉਹ ਸਾਈਕਲ 3000 ਚ ਵੇਚਿਆ ਤੇ ਜਿਹੜਾ 2000 ਰੁਪਇਆ ਪ੍ਰੋਫਿਟ ਹੈ ਉਹ ਮਾਲਕ ਨੇ ਆਪਣੀ ਜੇਬ ਚ ਪਾਇਆ। ਕਾਰਲ ਮਾਰਕਸ ਕਹਿੰਦਾ ਮਜ਼ਦੂਰ ਨੂੰ ਇਸ 1000 ਰੁਪਏ ਚੋਂ 250 ਰੁਪਏ ਮਿਲੇ ਮਜ਼ਦੂਰੀ ਦੇ ਤੌਰ ਤੇ। ਕਹਿੰਦਾ ਬਗੈਰ ਮਜ਼ਦੂਰੀ ਤੋਂ ਇਹ ਚੀਜ਼ ਦੀ ਪ੍ਰੋਡਕਸ਼ਨ ਨਹੀਂ ਹੋ ਸਕਦੀ, ਨਾ ਜ਼ਮੀਨ ਕਰ ਸਕਦੀ ਹੈ, ਨਾ ਫੈਕਟਰੀ ਕਰ ਸਕਦੀ ਹੈ, ਨਾ ਮਸ਼ੀਨਾਂ ਕਰ ਸਕਦੀਆਂ ਤੇ ਨਾ ਹੀ ਉਸ ਪੂੰਜੀਪਤੀ ਦਾ ਪੈਸਾ ਕਿਸੇ ਚੀਜ਼ ਨੂੰ ਪੈਦਾ ਪ੍ਰੋਡਕਸ਼ਨ ਕਰ ਸਕਦਾ। ਬਗੈਰ ਮਜ਼ਦੂਰ ਦੇ ਕੋਈ ਚੀਜ਼ ਪ੍ਰੋਡਕਸ਼ਨ ਨਹੀਂ ਹੋ ਸਕਦੀ। ਰਿਕਾਰਡੋ ਨੇ ਵੀ ਕਿਹਾ ਵੀ ਕਿਰਤ ਹੈ ਜਿਹੜੀ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਸੋ ਕਾਰਲ ਮਾਰਕਸ ਕਹਿੰਦਾ ਉਸ ਕਿਰਤੀ ਨੂੰ ਵੀ ਬਰਾਬਰ ਹਿੱਸਾ ਮਿਲਣਾ ਚਾਹੀਦਾ ਪ੍ਰੋਫਿਟ ਚੋਂ। ਮਜ਼ਦੂਰ ਦੀ ਮਜ਼ਦੂਰੀ ਤੇ ਚੀਜ਼ ਦੀ ਕੀਮਤ, ਜਿਹੜਾ ਵੇਚ ਮੁੱਲ ਹੈ, ਉਹਦੇ 'ਚ ਜਿਹੜਾ ਲਾਭ ਹੈ ਉਹਦਾ ਹਿੱਸਾ ਮਜ਼ਦੂਰ ਨੂੰ ਬਰਾਬਰ ਮਿਲਣਾ ਚਾਹੀਦਾ। ਇਹ ਕਾਰਲ ਮਾਰਕਸ ਦਾ ਸਿਧਾਂਤ ਹੈ ਜਿਹਨੂੰ ਵਾਧੂ ਮੁੱਲ ਦਾ ਸਿਧਾਂਤ ਕਿਹਾ ਜਾਂਦਾ, ਸਰਪਲਸ ਵੈਲਿਊ। ਕਹਿੰਦਾ ਇਹ ਜਿਹੜੀ 2000 ਰੁਪਇਆ ਵਾ ਇਹ ਸਰਪਲਸ ਵੈਲਿਊ ਹੈ, ਇਹਦੇ ਵਿੱਚ ਮਜ਼ਦੂਰ ਦਾ ਬਰਾਬਰ ਹਿੱਸਾ ਹੁੰਦਾ ਤੇ ਉਹਨੂੰ ਇਹ ਮਿਲਣਾ ਚਾਹੀਦਾ। ਕਾਰਲ ਮਾਰਕਸ ਨੇ ਕਿਹਾ ਸੀਗਾ ਵੀ ਪੂੰਜੀਵਾਦ ਦਾ ਸਵੈ-ਨਾਸ਼। ਸੋ ਮਾਰਕਸਵਾਦ ਦਾ ਜਿਹੜਾ ਅਗਲਾ ਪੁਆਇੰਟ, ਅਗਲਾ ਸਿਧਾਂਤ ਹੈ ਪੂੰਜੀਵਾਦ ਦਾ ਸਵੈ-ਨਾਸ਼। ਕਹਿੰਦਾ ਪੂੰਜੀਵਾਦ ਨੇ ਆਪਣੇ ਆਪ ਤਬਾਹ ਹੋ ਜਾਣਾ, ਉਹ ਖਤਮ ਹੋ ਜਾਣਾ। ਉਹਦਾ ਕਾਰਨ ਕੀ ਹੈ? ਕਹਿੰਦਾ ਜਿਹੜੇ ਵੱਡੇ ਪੂੰਜੀਪਤੀ ਨੇ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਛੋਟੇ ਪੂੰਜੀਪਤੀ ਨੂੰ ਖਤਮ ਕਰਨ ਦੀ। ਕਹਿੰਦਾ ਉਹ ਸਟੇਜ ਆ ਜਾਂਦੀ ਹੈ ਫਿਰ ਕਿ ਛੋਟਾ ਪੂੰਜੀਪਤੀ ਮਜ਼ਦੂਰਾਂ 'ਚ ਜਾ ਕੇ ਰਲ ਜਾਂਦਾ। ਕਹਿੰਦਾ ਹੁੰਦਾ ਕੀ ਹੈ, ਉਹ ਚੀਜ਼ ਦਾ ਰੇਟ ਘਟਾਉਂਦੇ ਨੇ, ਪਹਿਲੇ ਘਟਾਉਂਦੇ ਨੇ, ਫਿਰ ਘਟਾਉਂਦੇ ਨੇ, ਫਿਰ ਕਹਿੰਦਾ ਘਟਾਉਂਦੇ ਜਿਹੜਾ ਛੋਟਾ ਪੂੰਜੀਪਤੀ ਹੈ ਉਹ ਫਿਰ ਮੁਕਾਬਲੇ 'ਚੋਂ ਬਾਹਰ ਹੋ ਜਾਂਦਾ ਤੇ ਉਹ ਫਿਰ ਮਜ਼ਦੂਰਾਂ 'ਚ ਜਾ ਕੇ ਰਲ ਜਾਂਦਾ। ਇਹਦੇ ਨਾਲ ਜਿਹੜਾ ਵੱਡਾ ਪੂੰਜੀਪਤੀ ਹੈ ਉਹਦੀ ਫਿਰ ਕੀ ਹੁੰਦੀ ਹੈ, ਮੋਨੋਪੋਲੀ ਕਾਇਮ ਹੋ ਜਾਂਦੀ। ਉਹਦੀ ਮੋਨੋਪੋਲੀ ਕਾਇਮ ਹੋ ਜਾਂਦੀ, ਫਿਰ ਮਨਮਰਜ਼ੀ ਦਾ ਰੇਟ ਲਾ ਸਕਦਾ। ਫਿਰ ਇਸ ਕਰਕੇ ਪੂੰਜੀਵਾਦ ਆਪਣੇ ਲਾਲਚ ਵਸ ਆਪਣਾ ਨੁਕਸਾਨ ਆਪ ਕਰ ਰਿਹਾ ਤੇ ਆਪਣੇ ਸਵੈ ਨਾਸ਼ ਵੱਲ ਵਧ ਰਿਹਾ। ਦੂਜੀ ਉਸ ਤੋਂ ਅਗਲੀ ਗੱਲ ਜਿਹੜੀ ਹੈ ਧਰਮ ਸੰਬੰਧੀ ਮਾਰਕਸ ਕਹਿ ਰਿਹਾ, ਕਹਿੰਦਾ ਧਰਮ ਲੋਕਾਂ ਦੀ ਅਫੀਮ ਹੈ। ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਪੀਪਲ। ਕਹਿੰਦਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਧਰਮ ਜਿਹੜਾ ਵਾ, ਅਕਾਰਡਿੰਗ ਟੂ ਮਾਰਕਸ, ਵੀ ਧਰਮ ਲੋਕਾਂ ਦੀ ਅਫੀਮ ਹੈ ਤੇ ਲੋਕ ਭਾਗਵਾਦੀ ਬਣ ਜਾਂਦੇ ਨੇ ਤੇ ਇਹ ਸੋਚਦੇ ਨੇ ਵੀ ਜੋ ਸਾਡੀਆਂ ਸਮੱਸਿਆਵਾਂ ਨੇ ਇਹ ਸਾਰਿਆਂ ਦੀ ਜੜ ਸਾਡੇ ਭਾਗ ਨੇ। ਜਦੋਂ ਕਿ ਮਾਰਕਸ ਕਹਿੰਦਾ ਵੀ ਮੈਂ ਇਹ ਸਮਝਦਾ ਵਾਂ ਵੀ ਤੁਹਾਡੇ ਭਾਗ ਨਹੀਂ ਹੈ, ਸਗੋਂ ਪੂੰਜੀਪਤੀਆਂ ਨੇ ਇਹੋ ਜਿਹਾ ਸਿਸਟਮ ਬਣਾਇਆ ਵਾ ਵੀ ਤੁਹਾਨੂੰ ਸਿਰਫ ਜੀਣ ਜੋਗਾ ਛੱਡਿਆ ਵਾ ਤੇ ਉਤਪਾਦਨ ਦੇ ਸਾਧਨਾਂ ਦਾ ਅਸਲ ਲਾਭ ਉਹ ਲੈ ਰਹੇ ਨੇ ਤੇ ਤੁਹਾਨੂੰ ਉਹਦਾ ਹਿੱਸਾ ਨਹੀਂ ਦੇ ਰਹੇ। ਸੋ ਇਸ ਕਰਕੇ ਉਹਨਾਂ ਨੇ ਇਹ ਧਰਮ ਬਣਾਇਆ ਤਾਂ ਕਿ ਤੁਸੀਂ ਉਹਦੇ ਵਿੱਚ ਉਲਝੇ ਰਹੋ ਤੇ ਹਰ ਇੱਕ ਚੀਜ਼ ਦਾ ਦੋਸ਼ ਆਪਣੇ ਕਰਮਾਂ ਨੂੰ ਦਿੰਦੇ ਰਹੋ। ਇਸ ਕਰਕੇ ਕਾਰਲ ਮਾਰਕਸ ਨੇ ਕਿਹਾ ਕਿ ਅਫੀਮ ਉਹ ਚੀਜ਼ ਹੈ ਜਿਹਨੂੰ ਖਾ ਕੇ ਲੋਕ ਸੁੱਤੇ ਰਹਿੰਦੇ ਨੇ ਤੇ ਕ੍ਰਾਂਤੀਕਾਰੀ ਰਸਤਾ ਨਹੀਂ ਅਪਣਾਉਂਦੇ। ਇਹ ਵੀ ਉਹ ਕਹਿੰਦਾ ਇਹ ਵੀ ਪੂੰਜੀਪਤੀਆਂ ਦੀ ਪੈਦਾ ਕੀਤੀ ਹੋਈ ਚੀਜ਼ ਹੈ। ਨੈਕਸਟ ਹੈਗਾ ਕ੍ਰਾਂਤੀਕਾਰੀ ਸਾਧਨਾਂ ਦੀ ਵਰਤੋਂ।
ਮਾਰਕਸਵਾਦ ਖੁੱਲੇ ਤੌਰ ਤੇ ਕ੍ਰਾਂਤੀਕਾਰੀ ਸਾਧਨਾਂ ਦੀ ਵਰਤੋਂ ਦੀ ਖੁੱਲ੍ਹ ਦਿੰਦਾ ਵਾ। ਕਹਿੰਦਾ ਤੁਸੀਂ ਜ਼ਗੀਰਦਾਰਾਂ ਨੂੰ ਖਤਮ ਕਰ ਦਿਓ, ਉਹਨਾਂ ਦੀਆਂ ਜਾਇਦਾਦਾਂ ਖੋਲੋ, ਭਾਵੇਂ ਮਾਰ ਦਿਓ, ਕਤਲ ਕਰ ਲਓ। ਤੇ ਇਸ ਢੰਗ ਨਾਲ ਜਿਹੜਾ ਮਾਰਕਸਵਾਦ ਹੈ ਉਹ ਕ੍ਰਾਂਤੀਕਾਰੀ ਸਾਧਨ, ਰੈਵੋਲੂਸ਼ਨਰੀ ਜਿਹੜੇ ਹਿੰਸਾਤਮਕ ਸਾਧਨਾਂ ਦੀ ਵਰਤੋਂ ਦੀ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦਾ। ਸੋ ਇਸ ਕਰਕੇ ਕਾਰਲ ਮਾਰਕਸ ਜਿਹੜਾ ਵਾ ਉਹ ਕ੍ਰਾਂਤੀਕਾਰੀ ਸਾਧਨ ਨੇ ਜਿਹੜੇ ਉਹ ਉਹਨਾਂ ਦੀ ਵਰਤੋਂ ਦੀ ਖੁੱਲ੍ਹ ਦਿੰਦਾ ਵਾ। ਸੋ ਮਾਰਕਸ ਕਹਿੰਦਾ ਮਜ਼ਦੂਰਾਂ ਦੀ ਕ੍ਰਾਂਤੀ ਆ ਜਾਏਗੀ। ਮਜ਼ਦੂਰਾਂ ਦੀ ਕ੍ਰਾਂਤੀ ਭਾਵ ਜਿਵੇਂ ਮੈਂ ਪਹਿਲੇ ਗੱਲ ਕਰ ਰਿਹਾ ਸੀ, ਮਜ਼ਦੂਰ ਆਪਣੇ ਹੱਥ ਪਾਵਰ ਲੈ ਲੈਣਗੇ ਤੇ ਕ੍ਰਾਂਤੀ ਕਰ ਦੇਣਗੇ ਤੇ ਪੂੰਜੀਪਤੀਆਂ ਨੂੰ, ਜ਼ਗੀਰਦਾਰਾਂ ਨੂੰ ਖਤਮ ਕਰਕੇ ਤੇ ਸਾਰੀ ਜਿਹੜੀ ਆ ਬਹੁਤ ਵੱਡੀ ਕ੍ਰਾਂਤੀ ਲੈ ਆਉਣਗੇ। ਕਿਉਂਕਿ ਹੁਣ ਉਹਨਾਂ ਦੇ ਨਾਲ ਪੂੰਜੀਪਤੀ ਵੀ ਆ ਚੁੱਕੇ ਨੇ, ਜਿਹੜੇ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਚੁੱਕਾ। ਤੇ ਪੂੰਜੀਪਤੀਆਂ ਵਿੱਚੋਂ ਵੀ ਕੁਝ ਪੂੰਜੀਪਤੀ ਜਿਹੜੇ ਪਹਿਲੇ ਸੀ ਉਹ ਵੀ ਮਜ਼ਦੂਰਾਂ ਦਾ ਰੂਪ ਧਾਰਨ ਕਰ ਚੁੱਕੇ ਨੇ। ਉਹਨਾਂ ਨੂੰ ਉਹਨਾਂ ਦੀਆਂ ਕਮੀਆਂ ਦਾ ਪਤਾ, ਇਸ ਕਰਕੇ ਉਹ ਸਾਥ ਦੇਣਗੇ ਤੇ ਮਜ਼ਦੂਰਾਂ ਦੀ ਕ੍ਰਾਂਤੀ ਸਥਾਪਿਤ ਹੋ ਜਾਏਗੀ। ਉਸ ਤੋਂ ਬਾਅਦ ਮਾਰਕਸ ਕਹਿੰਦਾ ਅਗਲੀ ਗੱਲ ਕੀ ਆਏਗੀ, ਮਜ਼ਦੂਰਾਂ ਦੀ ਤਾਨਾਸ਼ਾਹੀ। ਫਿਰ ਮਜ਼ਦੂਰ ਜਿਹੜੇ ਨੇ ਆਪਣੀ ਮਨਮਰਜ਼ੀ ਕਰਨਗੇ ਤੇ ਸਾਰੇ ਰਾਜ ਦੇ ਸਾਧਨਾਂ ਤੇ ਕਬਜ਼ਾ ਕਰ ਲੈਣਗੇ ਤੇ ਕੰਟਰੋਲ ਕਰ ਲੈਣਗੇ ਸਾਰੀਆਂ ਚੀਜ਼ਾਂ ਦਾ, ਸਾਰੇ ਉਤਪਾਦਨ ਸਾਧਨਾਂ ਤੇ ਕੰਟਰੋਲ ਕਰਕੇ ਤੇ ਮਜ਼ਦੂਰਾਂ ਦੀ ਜਿਹੜੀ ਤਾਨਾਸ਼ਾਹੀ ਸਥਾਪਿਤ ਕੀਤੀ ਜਾਏਗੀ ਤੇ ਕਿਸੇ ਦਾ ਵਿਰੋਧ ਵੀ ਸਹਿਣ ਨਹੀਂ ਕੀਤਾ ਜਾਏਗਾ। ਰਾਜ ਦਾ ਲੋਪ ਹੋ ਜਾਣਾ। ਕਹਿੰਦੇ ਰਾਜ ਜਿਹੜੀ ਸੰਸਥਾ ਆ ਇਹ ਬਣੀ ਸੀ ਟੂ ਓਪਰੈਸ ਦਾ ਲੇਬਰ ਕਲਾਸ। ਸੋ ਗਰੀਬਾਂ ਨੂੰ ਖਤਮ ਕਰਨ ਲਈ ਰਾਜ ਬਣਿਆ ਸੀ, ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਖਤਮ ਕਰਨ ਲਈ ਬਣਿਆ ਸੀ ਤੇ ਉਹਨਾਂ ਨੂੰ ਸਜ਼ਾਵਾਂ ਦੇਣ ਲਈ ਬਣਿਆ ਸੀ। ਇਸ ਕਰਕੇ ਜਦੋਂ ਰਾਜ ਮਜ਼ਦੂਰਾਂ ਦਾ ਹੋ ਗਿਆ, ਕਬਜ਼ਾ ਮਜ਼ਦੂਰਾਂ ਦਾ ਹੋ ਗਿਆ, ਕਿਸਾਨਾਂ ਦਾ ਹੋ ਗਿਆ, ਤੇ ਫਿਰ ਰਾਜ ਵਰਗੀ ਸੰਸਥਾ ਦੀ ਲੋੜ ਮਾਰਕਸ ਕਹਿੰਦਾ ਹੁਣ ਨਹੀਂ ਰਹੀ। ਇਸ ਕਰਕੇ ਰਾਜ ਜਿਹੜਾ ਵਿਦਰ ਅਵੇ ਭਾਵ ਅਲੋਪ ਹੋ ਜਾਏਗਾ, ਵਿਦਰ ਅਵੇ ਹੋ ਜਾਏਗਾ। ਨੈਕਸਟ ਇਸ ਤੋਂ ਬਾਅਦ ਅਗਲੀ ਫਿਰ ਕੀ ਹੋਏਗਾ, ਕਹਿੰਦਾ ਵਰਗ ਰਹਿਤ ਤੇ ਰਾਜ ਰਹਿਤ ਸਮਾਜ ਦੀ ਸਥਾਪਨਾ। ਉਹ ਫਿਰ ਸਮਾਜ ਆ ਜਾਏਗਾ ਜਿਹੜਾ ਸਾਮਵਾਦ ਕਹਿੰਦੇ ਕਮਿਊਨਿਜ਼ਮ ਹੋ ਜਾਏਗਾ, ਜਿਹਦੇ ਚ ਨਾ ਤੇ ਕੋਈ ਵਰਗ ਰਹੇਗਾ ਤੇ ਨਾ ਹੀ ਕੋਈ ਰਾਜ ਰਹੇਗਾ। ਸਟੇਟਲੈਸ ਐਂਡ ਕਲਾਸਲੈਸ ਸੋਸਾਇਟੀ। ਸ਼ੁਰੂ ਚ ਆਪਾਂ ਗੱਲ ਕੀਤੀ ਸੀ ਕਲਾਸ ਦੀ, ਕਲਾਸ ਸਟਰਗਲ ਦੀ, ਵਰਗਾਂ ਦੀ ਗੱਲ। ਕਹਿੰਦਾ ਹੁਣ ਵਰਗ ਨਹੀਂ ਰਹੇ, ਨਾ ਕੋਈ ਅਮੀਰ ਰਿਹਾ ਨਾ ਗਰੀਬ ਰਿਹਾ, ਸਾਰੇ ਇੱਕੋ ਜਿਹੇ ਹੋ ਗਏ ਨੇ। ਸਾਰੇ ਸਾਧਨਾਂ ਤੇ ਸਾਰਿਆਂ ਦਾ ਕਬਜ਼ਾ ਵਾ, ਸਾਰੇ ਮਾਲਕ ਨੇ ਤੇ ਸਾਰੇ ਮਜ਼ਦੂਰ ਨੇ। ਕੰਮ ਕਰੋ ਤੇ ਖਾਓ, ਜਿਹੜਾ ਕੰਮ ਨਹੀਂ ਕਰੇਗਾ ਉਹਨੂੰ ਖਾਣ ਨੂੰ ਨਹੀਂ ਮਿਲੇਗਾ। ਇਸ ਪਾਲਿਸੀ ਨੂੰ ਰਸ਼ੀਆ ਨੇ, ਚਾਈਨਾ ਨੇ, ਬਹੁਤ ਸਾਰੇ, ਅਫਗਾਨਿਸਤਾਨ ਨੇ, ਹੋਰ ਵੀ ਦੇਸ਼ਾਂ ਨੇ ਇਹਨੂੰ ਅਪਣਾਇਆ। ਲੈਨਿਨ ਨੇ, ਸਟਾਲਿਨ ਨੇ, ਮਾਓ ਸੇਤੁੰਗ ਚਾਈਨਾ ਦਾ, ਉਹਨਾਂ ਨੇ ਇਹਨਾਂ ਨੂੰ ਕ੍ਰਾਂਤੀਕਾਰੀ 1917 ਚ ਕ੍ਰਾਂਤੀ ਹੋਈ ਰਸ਼ੀਆ 'ਚ, 1949 ਚ ਕ੍ਰਾਂਤੀ ਹੋਈ ਚਾਈਨਾ 'ਚ। ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਲਾਗੂ ਕਰਤਾ ਤੇ ਮਜ਼ਦੂਰਾਂ ਦੀ ਕੋਸ਼ਿਸ਼ ਕੀਤੀ ਵੀ ਵਰਗ ਰਹਿਤ ਤੇ ਰਾਜ ਰਹਿਤ ਸਥਾਪਨਾ ਹੋ ਸਕੇ। ਸੋ ਸਿਧਾਂਤ ਤੇ ਸੀ, ਪਰ ਰਾਜ ਤੇ ਨਹੀਂ ਖਤਮ ਹੋਇਆ, ਪਰ ਇਹਨਾਂ ਨੇ ਆਪਣੇ ਤੌਰ ਤੇ ਵਰਗ ਰਹਿਤ ਸਮਾਜ ਨੂੰ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਮਾਰਕਸਵਾਦ ਦੇ ਸਿਧਾਂਤਾਂ ਅਨੁਸਾਰ। ਸੋ ਰਾਜ ਵੀ ਅਲੋਪ ਹੋ ਗਿਆ ਤੇ ਵਰਗ ਰਹਿਤ ਤੇ ਰਾਜ ਰਹਿਤ ਸਥਾਪਨਾ ਹੋ ਗਈ ਅਕਾਰਡਿੰਗ ਟੂ ਮਾਰਕਸ। ਵੀ ਇਦਾਂ ਇਸ ਸਿਧਾਂਤ ਅਨੁਸਾਰ ਹੋ ਜਾਣਾ। ਲਾਸਟਲੀ ਉਹ ਕਹਿੰਦੇ ਇੱਕ ਪਾਰਟੀ ਸ਼ਾਸਨ, ਕੇਵਲ ਕਮਿਊਨਿਸਟ ਪਾਰਟੀ ਦਾ ਰਾਜ ਕਹਿੰਦੇ ਰਹਿਣਾ ਚਾਹੀਦਾ। ਕਿਸੇ ਵਿਰੋਧ ਨੂੰ ਸਹਿਣ ਨਹੀਂ ਕਰਨਾ, ਜਿਹੜਾ ਵੀ ਉਸ ਪਾਰਟੀ ਦਾ ਵਿਰੋਧ ਕਰੇਗਾ ਉਹਨੂੰ ਜ਼ਬਰਦਸਤੀ, ਉਹਨੂੰ ਸ਼ਕਤੀ ਨਾਲ ਉਸ ਵਿਰੋਧ ਨੂੰ ਦਬਾ ਦਿੱਤਾ ਜਾਏਗਾ। ਸੋ ਇੱਕੋ ਪਾਰਟੀ ਸ਼ਾਸਨ ਹੋਏਗਾ ਤੇ ਪਾਰਟੀ ਹੋਏਗੀ ਕਮਿਊਨਿਸਟ ਪਾਰਟੀ। ਵੱਖ-ਵੱਖ ਦੇਸ਼ਾਂ ਦੇ ਵਿੱਚ ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ ਗਈ। ਅੱਜ ਵੀ ਚਾਈਨਾ ਦੇ ਵਿੱਚ ਉਸੇ ਪਾਰਟੀ ਦਾ ਰਾਜ ਹੈ। ਸੋ ਮਾਰਕਸ ਨੇ ਆਪਣੇ ਸਿਧਾਂਤਾਂ ਵਿੱਚ ਬਹੁਤ ਵਧੀਆ ਢੰਗ ਨਾਲ ਕੋਸ਼ਿਸ਼ ਕੀਤੀ ਵੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੂੰਜੀਪਤੀਆਂ ਦੇ ਬਰਾਬਰ ਲਿਆਂਦਾ ਜਾ ਸਕੇ, ਪਰ ਕਈ ਕਾਰਨਾਂ ਕਰਕੇ ਜਿਹੜਾ ਸਿਧਾਂਤ ਹੈ ਜਿਹੜਾ ਉਹ ਆਲੋਚਨਾ ਦਾ, ਕੱਟੜ ਆਲੋਚਨਾ ਦਾ ਉਹਨੂੰ ਸਾਹਮਣਾ ਕਰਨਾ ਪਿਆ। ਪ੍ਰਮੁੱਖ ਆਲੋਚਨਾ ਸੀਗੀ ਕਿ ਵਿਅਕਤੀਗਤ ਸੁਤੰਤਰਤਾ ਦਿੱਤੀ ਨਹੀਂ, ਸਮਾਜ ਨੂੰ ਸੁਤੰਤਰਤਾ ਦੇ ਦਿੱਤੀ। ਦੂਜਾ ਹੈਗਾ ਰਾਜ ਬੁਰਾਈ ਨਹੀਂ ਹੈ, ਰਾਜ ਨੇ ਬਹੁਤ ਸਾਰੇ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਆ। ਮਾਰਕਸਵਾਦ ਤੇ ਕਹਿੰਦਾ ਰਾਜ ਇੱਕ ਬਹੁਤ ਬੁਰੀ ਸੰਸਥਾ ਹੈ। ਨੈਕਸਟ ਹੈਗਾ ਧਰਮ ਇਨਸਾਨੀਅਤ ਸਿਖਾਉਂਦਾ ਵਾ। ਉਹਨੇ ਕਿਹਾ ਧਰਮ ਅਫੀਮ ਹੈ, ਪਰ ਗਲਤ ਸੀ ਸਿਧਾਂਤ ਉਹਦਾ, ਕਿਉਂਕਿ ਚੰਗੇ ਗੁਣ ਨੇ ਜਿਹੜੇ ਨੇ, ਮਨੁੱਖ ਧਰਮ ਹੈ ਜਿਹੜਾ ਹਮੇਸ਼ਾ ਮਨੁੱਖ ਨੂੰ ਚੰਗੇ ਗੁਣ ਸਿਖਾਉਂਦਾ ਆ। ਹਿੰਸਾਤਮਕ ਸਾਧਨ ਜਿਹੜੇ ਨੇ ਉਹ ਠੀਕ ਨਹੀਂ ਹੈਗੇ। ਹਿੰਸਾਤਮਕ ਸਾਧਨ ਕਦੇ ਵੀ ਵਰਤੋਂ ਜਿਹੜੇ ਨੇ ਉਹ ਨਹੀਂ ਲਿਆਉਣੇ ਚਾਹੀਦੇ। ਲੋਕਤੰਤਰੀ ਸਾਧਨਾਂ ਨਾਲ ਸਰਕਾਰਾਂ ਵੀ ਚੇਂਜ ਹੋ ਸਕਦੀਆਂ ਤੇ ਸਾਰੇ ਮਸਲੇ ਜਿਹੜੇ ਹੱਲ ਹੋ ਸਕਦੇ ਆ। ਲਾਸਟਲੀ ਰਾਜ ਅੱਜ ਵੀ ਹੈ। ਉਹ ਕਹਿੰਦਾ ਸੀ ਸਟੇਟਲੈਸ ਸੁਸਾਇਟੀ ਖਤਮ ਆ ਜਾਏਗੀ, ਠੀਕ ਹੈ, ਪਰ ਰਾਜ ਅੱਜ ਵੀ ਆ, ਰਾਜ ਅੱਜ ਵੀ ਕਾਇਮ ਹੈ, ਰਾਜ ਖਤਮ ਨਹੀਂ ਹੋਇਆ। ਨਾ ਹੀ ਵਰਗ ਸੰਘਰਸ਼, ਵਰਗ ਖਤਮ ਹੋਏ ਨੇ, ਵਰਗ ਤੇ ਰਹਿਣਗੇ ਸਮਾਜ 'ਚ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੇ ਆ ਕੇ ਮਾਰਕਸ ਜਿਹੜਾ ਵਾ ਉਹਦੀ ਆਲੋਚਨਾ ਕੀਤੀ ਗਈ ਹੈ। ਪਰ ਓਵਰਆਲ ਸਿਧਾਂਤ ਹੈ ਜਿਹੜਾ ਇਹਨੇ
ਲੋਕਾਂ ਨੂੰ ਇੱਕ ਵੱਖਰਾ ਸਿਧਾਂਤ ਜ਼ਰੂਰ ਦਿੱਤਾ ਹੈ। ਸੋ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇਖਣ ਲਈ। ਤੁਸੀਂ ਮਾਰਕਸਵਾਦ ਦਾ ਸਿਧਾਂਤ ਅੱਜ ਪੜ੍ਹਿਆ ਵਾ। ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ।